ਗੁਰੂ ਨਾਨਕ ਪਾਦ ਪੰਕਜ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਪਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚਿ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬੇਗਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਬੇਗਨ ਬਿਨਾਸਨ ਸੋਇ। ਦੋਹਰਾ ਮਾਰ ਗ੍ਰਾਮ ਬਜਰੂੜ ਕੋ ਦੁੰਦਪ ਦੀ ਬਜਾਏ ਫਤਿਹ ਪਾਏ ਪੁਰ ਮੈਂ ਪ੍ਰਵਸ਼ੇ ਗਰਜੇ ਫਤਿਹ ਬੁਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਜਿਨ ਕੇ ਭਾਗ ਬੜੇ ਹੈ ਭਾਈ, ਤਨ ਸਾਧੂ ਸੰਗ ਮੁਖ ਜੁਰੇ। ਨੇਤਾ ਪ੍ਰਤੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਦੇਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸਵੇ। ਲੜੀਵਾਰ ਇਤਿਹਾਸ ਦੀ ਪਾਵਨ ਪਵਿੱਤਰ ਅੰਮ੍ਰਿਤ ਕਥਾ, ਜਿਸ ਕਥਾ ਨੂੰ ਸਰਵਣ ਕਰਕੇ ਅੰਤਸ਼ਕਰਨ ਦੀ ਮੈਲ ਨਿਰਵਿਰਤ ਹੁੰਦੀ ਹੈ ਔਰ ਅੰਤਸ਼ਕਰਨ ਦੀ ਸ਼ੁੱਧੀ ਹੁੰਦੀ ਹੈ। ਐਸੀ ਅੰਮ੍ਰਿਤ ਕਥਾ ਕਲਗੀਧਰ ਦੇ ਜੀਵਨ ਦੀ ਗਾਥਾ ਬਹੁਤ ਹੀ ਅਦਬ ਸਤਿਕਾਰ ਔਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਸਾਹਿਬੇ ਕਮਾਲ ਕਲਗੀਧਰ ਸਵਾਮੀ ਜੀ ਨੇ ਪਿੰਡ ਬਜਰੂੜ ਦੇ ਲੋਕਾਂ ਨੂੰ ਜੋ ਜਰਵਾਣੀ ਬਿਰਤੀ ਜਾ
ਸਲਮਾਨਾ ਬਿਰਤੀ ਰੱਖਣ ਵਾਲੇ ਸਨ। ਆਉਂਦੀ ਹੋਈ ਸੰਗਤ ਨੂੰ ਲੁੱਟਿਆ, ਕੁਝ ਸਿੱਖਾਂ ਨੂੰ ਜ਼ਖਮੀ ਕਰਕੇ ਕਤਲ ਕੀਤਾ। ਪਿੰਡ ਬਜਰੂੜ ਦੇ ਲੋਕਾਂ ਨੂੰ ਜਾ ਕੇ ਦੰਡ ਦਿੱਤਾ। ਉਹਨਾਂ ਦੀ ਕਰਨੀ ਦਾ ਫਲ ਉਹਨਾਂ ਨੂੰ ਭੁਗਤਾਇਆ ਹੈ ਔਰ ਅੱਗੇ ਵਾਸਤੇ ਸੁਚੇਤ ਕੀਤਾ। ਪਿੰਡ ਬਜਰੂੜ ਵਿੱਚ ਇੱਕ ਕਿਲ੍ਹਾ ਬਣਿਆ ਹੋਇਆ ਸੀ। ਉਹ ਕਿਲ੍ਹਾ ਢਾਹ ਕੇ ਮੈਦਾਨ ਬਣਾ ਦਿੱਤਾ। ਜਿਹੜਾ ਸ਼ਰਨ ਆ ਕੇ ਹੱਥ ਜੋੜ ਕੇ ਕਿਗਿਆਇਆ, ਉਹ ਬਖਸ਼ ਦਿੱਤਾ। ਜਿਸ ਨੇ ਅੜੀ ਕੀਤੀ, ਸ਼ਸਤਰ ਪਕੜ ਕੇ ਲੜਨ ਆਇਆ, ਉਹ ਮਾਰ ਕੇ ਪਾਰ ਬੁਲਾਇਆ। ਇਸ ਪ੍ਰਕਾਰ ਨਾਲ ਬਜਰੂੜ ਪਿੰਡ ਨੂੰ ਸੋਧਾ ਲਾ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਗਰੀਬਨਵਾਜ ਸਾਹਿਬ ਜੀ ਵਾਪਸ ਸ੍ਰੀ ਅਨੰਦਪੁਰ ਸਾਹਿਬ। ਸੰਗਤ ਨੇ ਵਧਾਈ ਦਿੱਤੀ ਹੈ, ਜਿੱਤ ਦੇ ਨਗਾਰੇ ਵਜਾਏ ਗਏ ਨੇ, ਨਿਸ਼ਾਨ ਝੁਲਾਏ ਗਏ ਨੇ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਸ, ਸਤਿਗੁਰਾਂ ਦੀ ਸੋਭਾ ਜ਼ਾਹਰ ਹੋਈ ਹੈ, ਉਜਾਗਰ ਹੋਈ ਹੈ। ਕਲਗੀਧਰ ਜੀ ਦਾ ਇਤਿਹਾਸ ਹੈ, ਉਹਦੇ ਵਿੱਚ ਜੋ ਸਾਖੀਆਂ ਨੇ ਉਹਦਾ ਅਨੁਵਾਦ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਰ ਰਹੇ। ਉਹਦੇ ਵਿੱਚੋਂ ਇੱਕ ਸਾਖੀ ਜੋ 100 ਸਾਖੀ ਦੀ 11ਵੀਂ ਸਾਖੀ ਹੈ, ਉਹ ਭਾਈ ਸੰਤੋਖ ਸਿੰਘ ਦੀ ਅੱਜ ਦੀ ਕਥਾ ਵਿੱਚ ਸਾਨੂੰ ਸਾਖੀ ਦਾ ਮਤਲਬ ਇਤਿਹਾਸ। ਜੋ ਗੁਰਮਤ ਦੀ ਇਹ ਕਥਾ ਹੈ, ਇਤਿਹਾਸ ਦੀ ਇਹ ਸਾਖੀ ਇਤਿਹਾਸ ਹੈ। ਸਾਡਾ ਇਤਿਹਾਸ ਸਾਖੀ ਇਤਿਹਾਸ ਸਹਿਤ ਲਿਖਿਆ ਗਿਆ ਹੈ ਔਰ ਬੜਾ ਪ੍ਰੇਰਨਾਦਾਇਕ ਹੈ। ਆਮ ਕਰਕੇ ਜਿਹੜਾ ਇਤਿਹਾਸ ਇਤਿਹਾਸਕਾਰਾਂ ਵੱਲੋਂ ਲਿਖਿਆ ਜਾਂਦਾ ਹੈ, ਉਹ ਬੜਾ ਖੁਸ਼ਕਨੁਮਾ ਹੁੰਦਾ ਹੈ। ਉਹਦੇ ਵਿੱਚ ਅਜ਼ਮਤ ਦੀ ਗੱਲ ਨਹੀਂ ਹੁੰਦੀ, ਉਹਦੇ ਵਿੱਚ ਸਿੱਖਾਂ ਦੀ ਸ਼ਰਧਾ ਭਾਵਨਾ ਆਸਥਾ ਦੀ ਗੱਲ ਨਹੀਂ ਹੁੰਦੀ। ਜੋ ਸਾਖੀ ਇਤਿਹਾਸ ਹੈ, ਇਹਦੇ ਵਿੱਚ ਗੁਰੂ ਦੀ ਕਲਾ ਦਾ ਜ਼ਿਕਰ ਵੀ ਆਉਂਦਾ, ਗੁਰਸਿੱਖਾਂ ਅੰਦਰ ਗੁਰੂ ਪ੍ਰਤੀ ਸ਼ਰਧਾ, ਯਕੀਨ, ਵਿਸ਼ਵਾਸ ਦਾ ਜ਼ਿਕਰ ਵੀ ਆਉਂਦਾ। ਇਸ ਕਰਕੇ ਸਾਖੀ ਇਤਿਹਾਸ ਔਰ ਇਕੱਲੇ ਇਤਿਹਾਸ ਵਿੱਚ ਇਹ ਫਰਕ ਹੈ। ਮਨ ਔਰ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰੀਏ। ਗੁਰੂ ਚਰਨਾਂ ਵਿੱਚ ਜੁੜਨ ਲਈ ਸਤਨਾਮ ਸ੍ਰੀ ਵਾਹਿਗੁਰੂ।
ਉਹਨਾਂ ਨੂੰ ਸੋਧਾ ਲਾ ਕੇ ਬਜਰੂੜ ਪਿੰਡ ਦੇ ਲੋਕਾਂ ਨੂੰ ਦੰਡ ਦੇ ਕੇ ਜਿੱਤ ਦਾ ਨਗਾਰਾ ਵਜਾਉਂਦਿਆਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਵਾਪਸ ਆਏ ਹਨ। ਫਤਿਹ ਪਾਏ ਪੁਰ ਮੈਂ ਪ੍ਰਵਸ਼ੇ, ਗਰਜੇ ਫਤਿਹ ਬੁਲਾਏ। ਜੰਗ ਦੇ ਮੈਦਾਨ ਵਿੱਚ ਜਿੱਤ ਕੇ ਬਜਰੂੜ ਤੇ ਫਤਿਹ ਪ੍ਰਾਪਤ ਕਰਕੇ ਵਾਪਸ ਆਏ ਨੇ। ਅੱਗੋਂ ਸ਼੍ਰੀ ਆਨੰਦਪੁਰ ਸਾਹਿਬ ਦੇ ਜਿਤਨੇ ਸਿੱਖ ਨੇ ਉਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਫਤਿਹ ਬੁਲਾ ਕੇ ਮਿਲੇ ਹਨ। ਚੌਪਈ ਜੈ ਕੈ ਸੁਧ ਪਸਰੀ ਪਾ ਜੰਗ। ਸਤਿਗੁਰੂ ਜੀ ਦੇ ਇਸ ਜੰਗ ਦੀ ਖਬਰ ਕਿ ਕਲਗੀਧਰ ਜੀ ਨੇ ਬਜਰੂੜ ਪਿੰਡ ਦੇ ਲੋਕਾਂ ਨਾਲ ਜੰਗ ਕੀਤਾ, ਬਜਰੂੜ ਪਿੰਡ ਦੇ ਲੋਕਾਂ ਦੀ ਵਧੀਕੀ ਦਾ ਉਹਨਾਂ ਨੂੰ ਦੰਡ ਦਿੱਤਾ ਹੈ, ਇਹ ਖਬਰ ਹਰ ਪਾਸੇ ਇਲਾਕੇ ਵਿੱਚ ਪਸਰ ਗਈ ਹੈ। ਦੁਰਗ ਦਿਹੀ ਦਿੜ ਤਤ ਛਿਨ ਭੰਗ। ਇਹ ਵੀ ਖਬਰ ਫੈਲੀ ਕਿ ਬਜਰੂੜ ਪਿੰਡ ਦੇ ਵਿੱਚ ਜਿਹੜਾ ਮਜ਼ਬੂਤ ਕਿਲਾ ਸੀ ਪਿੰਡ ਵਾਲਿਆਂ ਦਾ, ਉਹ ਸਤਿਗੁਰੂ ਜੀ ਨੇ ਇੱਕ ਦਿਨ ਦੇ ਵਿੱਚ ਪਲਾਂ ਵਿੱਚ ਹੀ ਉਹ ਕਿਲੇ ਨੂੰ ਤੋੜ ਕੇ ਉਹਨੂੰ ਢਾਹ ਕੇ ਉਹਦੀ ਜਗ੍ਹਾ ਤੇ ਮੈਦਾਨ ਬਣਾ ਦਿੱਤਾ ਹੈ। ਅਰੇ ਉਹ ਨ ਕੋਈ ਸਿੰਘਨ ਆਗੇ। ਸਤਿਗੁਰੂ ਜੀ ਦੇ ਸੂਰਬੀਰ ਬਹਾਦਰ ਯੋਧੇ ਸਿੰਘਾਂ ਦੇ ਸਾਹਮਣੇ ਕਿਸੇ ਵਿੱਚ ਵੀ ਅੜਨ ਦੀ ਜੁਰਤ ਪੈਦਾ ਨਹੀਂ ਹੋਈ। ਕੋਈ ਉਹਨਾਂ ਦੇ ਸਾਹਮਣੇ ਅੜ ਕੇ ਖਲੋ ਨਹੀਂ ਸਕਿਆ। ਜਿਹੜਾ ਅੜਿਆ ਝਾੜ ਦਿੱਤਾ, ਜਿਹੜਾ ਸ਼ਰਨ ਪਿਆ ਉਹ ਤਰ ਗਿਆ। ਉਬਰੇ ਦੀਨ ਪਾਏ ਕਹਿ ਭਾਗੇ। ਜਿਹੜੇ ਅੜੇ ਉਹ ਤਾਂ ਮਾਰੇ ਗਏ, ਜਿਹੜੇ ਸ਼ਰਨ ਚ ਪੈ ਗਏ ਹੱਥ ਜੋੜ ਕੇ ਖਾਲਸੇ ਦੀ ਸ਼ਰਨ ਚ, ਕਲਗੀਧਰ ਦੀ ਸ਼ਰਨ ਚ ਪੈ ਗਏ, ਉਹ ਉੱਭਰ ਗਏ, ਉਹਨਾਂ ਦੇ ਪ੍ਰਾਣ ਬਚ ਗਏ। ਪੰਥ ਵਿਸਾਲ ਬਿਦਤ ਨਿਤ ਭਇਓ। ਕਲਗੀਧਰ ਜੀ ਦਾ ਵਿਸ਼ਾਲ ਖਾਲਸਾ ਪੰਥ ਇਸ ਪ੍ਰਕਾਰ ਨਾਲ ਦਿਨ ਪ੍ਰਤੀ ਦਿਨ ਵਿਦਤ ਹੋ ਰਿਹਾ ਹੈ। ਮਹਾਰਾਜ ਜੀ ਦੇ ਪੰਥ ਦੀਆਂ ਗੂੰਜਾਂ ਉਹ ਸੰਸਾਰ ਦੇ ਵਿੱਚ ਗੂੰਜ ਰਹੀਆਂ ਹਨ। ਸਬਨ ਚੁਗਿਰਦੇ ਡਰ ਉਪਜਿਓ। ਚੁਗਿਰਦੇ ਦੇ ਜਿੰਨੇ ਪਿੰਡ ਨੇ, ਦੂਰ ਦੂਰ ਤੱਕ ਦੇ ਜਿੰਨੇ ਨਗਰ ਨੇ, ਸਾਰਿਆਂ ਦੇ ਮਨਾਂ ਵਿੱਚ ਇਹ ਗੱਲ ਦਾ ਇਲਮ ਹੋ ਚੁੱਕਾ ਹੈ ਕਿ ਜੇ ਅਸੀਂ ਸਤਿਗੁਰਾਂ ਦੀ ਸੰਗਤ ਤੇ ਗੁਰੂ ਕੇ ਸਿੱਖਾਂ ਤੇ ਕਿਸੇ ਪ੍ਰਕਾਰ ਦੀ ਵਧੀਕੀ ਕਰਾਂਗੇ ਤੇ ਸਾਨੂੰ ਉਹੀ ਦੰਡ ਮਿਲੇਗਾ ਜਿਹੜਾ ਦੰਡ ਬਜਰੂੜ ਦੇ ਲੋਕਾਂ ਨੂੰ ਮਿਲਿਆ, ਜਿਹੜਾ ਦੰਡ ਨੂੰਹ ਤੇ ਆਲਸੂਨ ਨਗਰ ਦੇ ਲੋਕਾਂ ਨੂੰ ਮਿਲਿਆ ਹੈ। ਸਿੰਘਨ ਕੋ ਸੰਗਰ ਲਖ ਗਾਡੋ। ਜਾਣਦੇ ਨੇ ਕਿ ਸਤਿਗੁਰੂ ਜੀ ਦੇ ਜਿਹੜੇ ਸਿੰਘ ਨੇ ਉਹ ਬੜਾ ਭਿਆਨਕ ਘਮਾਸਾਨ ਜੰਗ ਕਰਦੇ ਨੇ। ਜੰਗ ਕਰਨ ਦੇ ਵਿੱਚ ਅਸੀਂ ਉਹਨਾਂ ਦੇ ਬਰਾਬਰ ਨਹੀਂ ਪੁੱਜ ਸਕਦੇ। ਜਿਸ ਬਹਾਦਰੀ ਤੇ ਦਲੇਰੀ ਨਾਲ ਉਹ ਲੜਦੇ ਨੇ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਕੌਣ ਸੋ ਪਟ ਆਗੇ ਓਏ ਠਾਂਡੋ। ਜਦੋਂ ਲੜਦੇ ਨੇ ਤਲਵਾਰਾਂ ਧੂ ਕੇ ਰਣ ਭੂਮੀ ਦੇ ਵਿੱਚ ਆ ਕੇ ਗਰਜਦੇ ਨੇ, ਫਿਰ ਐਸਾ ਕਿਹੜਾ ਸੂਰਮਾ ਜਿਹੜਾ ਉਹਨਾਂ ਸਿੰਘਾਂ ਦੇ ਸਾਹਮਣੇ ਖਲੋ ਕੇ ਅੜ ਕੇ ਲੜ ਸਕੇ। ਹਤੈ ਤੁਫੰਗਨ ਕੋ ਕਰ ਹੀਲਾ। ਔਰ ਇਹੋ ਜਿਹਾ ਹੱਲਾ ਕਰਦੇ ਨੇ ਬੰਦੂਕਾਂ ਦੀਆਂ ਗੋਲੀਆਂ ਦਾਗ ਕੇ, ਪਹਿਲੇ ਹੱਲੇ ਦੇ ਵਿੱਚ ਹੀ ਸਾਰਿਆਂ ਨੂੰ ਮਾਰ ਮੁਕਾਉਂਦੇ ਹਨ ਦੁਸ਼ਮਣਾਂ ਨੂੰ। ਉਪਰ ਪਰੇ ਰੇਲ ਅਰ ਪੇਲਾ। ਜਦੋਂ ਨੇੜੇ ਟੁਕਦੇ ਨੇ ਤੇ ਮਿਆਨਾਂ ਚੋਂ ਤਲਵਾਰਾਂ ਧੂ ਕੇ ਧੱਕ ਕੇ ਲੈ ਜਾਂਦੇ ਨੇ ਵੈਰੀ ਦਲ ਦੇ ਵੱਡੇ ਵੱਡੇ ਖੱਬੀ ਖਾਨ ਸੂਰਮਿਆਂ ਨੂੰ, ਮਾਰ ਕੇ ਦੱਬ ਕੇ ਰੱਖ ਦਿੰਦੇ ਆਪਣੇ ਆ ਪੈਰਾਂ ਥੱਲੇ। ਤਬ ਤੇ ਡਰ ਧਰ ਗ੍ਰਾਮ ਵਿਸਾਲਾ। ਹੁਣ ਹੋਰ ਜਿੰਨੇ ਨੇੜੇ ਤੇੜੇ ਗੁਜਰਾਂ ਤੇ ਰੰਗੜਾਂ ਦੇ ਪਿੰਡ ਸੀ, ਸਾਰਿਆਂ ਦੇ ਦਿਲਾਂ ਵਿੱਚ ਹੁਣ ਤਰਾਸ ਹੈ, ਡਰ ਤੇ ਭੈ ਹੈ। ਹੁਣ ਸਾਰਿਆਂ ਨੂੰ ਕੰਨ ਹੋ ਗਏ ਨੇ ਕਿ ਅਸੀਂ ਗੁਰੂ ਕੇ ਸਿੱਖਾਂ ਨਾਲ, ਗੁਰੂ ਕੀ ਸੰਗਤ ਨਾਲ ਵਧੀਕੀ ਨਹੀਂ ਕਰਨੀ। ਇਹ ਪਹਿਲ ਨਹੀਂ ਕਰਦੇ, ਪਰ ਜੇ ਅਸੀਂ ਪਹਿਲ ਕੀਤੀ, ਅਸੀਂ ਭਾਜੀ ਪਾਈ ਤੇ ਫਿਰ ਇਹ ਦੁੱਗਣੀ ਕਰਕੇ ਮੋੜਦੇ ਨੇ। ਇਸ ਕਰਕੇ ਅਸੀਂ ਹੁਣ ਕਿਸੇ ਪ੍ਰਕਾਰ ਦੀ ਵਧੀਕੀ ਨਾਲ ਨਹੀਂ ਕਰਨੀ।
ਇਹ ਸਾਰੇ ਪਿੰਡਾਂ ਵਾਲਿਆਂ ਨੂੰ ਇਲਮ ਹੋ ਚੁੱਕਾ ਹੈ। ਸੰਗਤ ਕੋ ਨੈ ਕੈ ਕਿਸ ਕਾਲਾ। ਹੁਣ ਜਿੰਨੀਆਂ ਸੰਗਤਾਂ ਨੇ ਨਿਡਰ ਹੋ ਕੇ ਲੰਘਦੀਆਂ ਨੇ, ਨਿਰਖੌਫ ਹੋ ਕੇ ਸਿੱਖ ਲੰਘਦੇ ਹਨ। ਜਿਸ ਵੇਲੇ ਮਰਜ਼ੀ ਸਿੱਖ ਆਉਣ ਜਾਣ, ਉਹਨਾਂ ਨੂੰ ਹੁਣ ਕਿਸੇ ਵੀ ਪ੍ਰਕਾਰ ਦਾ ਕੋਈ ਭੈ ਤੇ ਡਰ ਨਹੀਂ ਰਿਹਾ। ਸੰਧਿਆ ਸੁਬਹ ਚਲੀ ਮਗ ਆਵੇ। ਕੋਈ ਸ਼ਾਮ ਨੂੰ ਟੁਰ ਕੇ ਆਵੇ, ਕੋਈ ਸਵੇਰੇ ਚੱਲ ਕੇ ਆਵੇ, ਜਿਹੜੇ ਟਾਈਮ ਮਰਜ਼ੀ ਸੰਗਤ ਆਵੇ ਚੱਲ ਕੇ। ਹੁਣ ਇਹ ਪਿੰਡ ਵਾਲੇ ਉਹਨਾਂ ਦੀ ਵਾਹ ਵੱਲ ਵੀ ਨਹੀਂ ਵੇਖ ਸਕਦੇ। ਨੇੜੇ ਤੇੜੇ ਦੇ ਪਿੰਡਾਂ ਵਾਲੇ ਜਿਹੜੇ ਨੇ, ਪਹਿਲਾਂ ਮਾੜੀ ਮੋਟੀ ਖਾ ਖਈ ਚੱਲਦੀ ਰਹਿੰਦੀ ਸੀ, ਆਉਂਦੇ ਜਾਂਦੇ ਸਿੱਖਾਂ ਨੂੰ ਪਰੇਸ਼ਾਨ ਕਰਦੇ ਸੀ ਇਹ ਪਿੰਡਾਂ ਵਾਲੇ। ਪਰ ਜਦੋਂ ਬਜਰੂੜ ਨੂੰ ਸੋਧਾ ਲੱਗਾ ਨਾ, ਉਸ ਦਿਨ ਤੋਂ ਬਾਅਦ ਹੁਣ ਸੰਗਤ ਬੇਫਿਕਰੀ ਨਾਲ ਆਉਂਦੀ ਜਾਂਦੀ ਹੈ। ਇਹ ਨਗਰਾਂ ਵਾਲੇ ਪਿੰਡਾਂ ਵਾਲੇ ਉਹਨਾਂ ਦੀ ਵਾਹ ਵੱਲ ਵੀ ਨਹੀਂ ਵੇਖਦੇ। ਦੁਸ਼ਟ ਮਿਲੇ ਕੋ ਹਾਥ ਨ ਪਾਵੇ। ਜੇ ਕੋਈ ਦੁਸ਼ਟ ਮਲੇਛ ਇਕੱਠੇ ਹੁੰਦੇ ਵੀ ਨੇ, ਉਹਨਾਂ ਅੰਦਰ ਇੰਨੀ ਹਿੰਮਤ ਪੈਦਾ ਨਹੀਂ ਹੁੰਦੀ ਕਿ ਆਉਂਦੇ ਹੋਏ ਭਾਵੇਂ ਕੋਈ ਕੱਲਾ ਦੁਕੱਲਾ ਵੀ ਸਿੱਖ ਆਉਂਦਾ ਹੋਵੇ, ਉਹਦੇ ਵੱਲ ਵੀ ਨਹੀਂ ਜੇ ਨੇੜੇ ਜਾਂਦੇ। ਇਕੱਠੀ ਸੰਗਤ ਦੇ ਨੇੜੇ ਤਾਂ ਕੀ ਜਾਣਾ, ਕੱਲੇ ਦੁਕੱਲੇ ਸਿੱਖ ਵੀ ਜੇ ਲੰਘਦੇ ਨੇ ਤਾਂ ਉਹਨਾਂ ਦੇ ਨੇੜੇ ਨਹੀਂ ਟੁਕਦੇ। ਪ੍ਰਥਮੇ ਆਲ ਸੂਨ ਕੋ ਮਾਰਾ। ਪਤਾ ਹੈ ਇਹਨਾਂ ਸਾਰਿਆਂ ਨੂੰ ਕਿ ਪਹਿਲਾਂ ਆਲਸੂਨ ਪਿੰਡ ਵਾਲਿਆਂ ਨੇ ਵਾਅਦਾ ਕੀਤਾ ਸੀ। ਆਲਸੂਨ ਪਿੰਡ ਵਾਲਿਆਂ ਨੂੰ ਮਹਾਰਾਜ ਜੀ ਨੇ ਪਹਿਲਾਂ ਸੋਧਾ ਲਾਇਆ। ਨੂਹ ਬਜਰੂੜ ਬੋਹਰ ਸੰਘਾਰਾ। ਫਿਰ ਨੂਹ ਪਿੰਡ ਵਾਲਿਆਂ ਨੂੰ ਉਹਨਾਂ ਦੀ ਕਰਨੀ ਦਾ ਫਲ ਦਿੱਤਾ। ਹੁਣ ਕੱਲ ਬਜਰੂੜ ਪਿੰਡ ਵਾਲੇ ਜਿਹੜੇ ਨੇ, ਉਹਨਾਂ ਦੀ ਕਰਨੀ ਦਾ ਫਲ ਗੁਰੂ ਸਾਹਿਬ ਨੇ ਉਹਨਾਂ ਨੂੰ ਭੁਗਤਾਇਆ ਹੈ। ਜੋ ਅਬ ਸੰਗਤ ਕੋ ਕਰ ਪਾਵੇ। ਹੁਣ ਇਹ ਵੀ ਪਤਾ ਇਹਨਾਂ ਸਾਰਿਆਂ ਪਿੰਡਾਂ ਵਾਲਿਆਂ ਨੂੰ ਕਿ ਜੇ ਹੁਣ ਹੋਰ ਕਿਸੇ ਨੇ ਗੁਰੂ ਕੇ ਸਿੱਖਾਂ ਨੂੰ ਜਾਂ ਆਉਂਦੀ ਹੋਈ ਸੰਗਤ ਨੂੰ ਹੱਥ ਪਾਇਆ, ਤਿਨ ਮਾਨਿੰਦ ਆਪ ਉਜਰਾਵੇ। ਜੋ ਹਾਲਤ ਉਹਨਾਂ ਪਿੰਡਾਂ ਵਾਲਿਆਂ ਦੀ ਹੋਈ, ਬਜਰੂੜ ਨੂਹ ਤੇ ਆਲਸੂਨ ਵਾਲਿਆਂ ਦੀ, ਉਹਨਾਂ ਦੇ ਮਨਿੰਦ ਉਹਨਾਂ ਦੀ ਵੀ ਹਾਲਤ ਹੋਵੇਗੀ। ਉਹ ਵੀ ਉਸੇ ਤਰ੍ਹਾਂ ਹੀ ਮਾਰੇ ਜਾਣਗੇ, ਲਤਾੜੇ ਜਾਣਗੇ। ਲੀਨ ਰਹੇ ਦੇਨੋ ਬਨ ਜਾਏ। ਕਹਿੰਦੇ ਲੈਣਾ ਤਾਂ ਕਿਤੇ ਰਿਹਾ ਵੀ ਅਸੀਂ ਸਿੱਖਾਂ ਕੋਲੋਂ ਵਸਤੂਆਂ ਖੋਹਨੇ ਆ, ਉਹ ਲੈਣੀਆਂ ਤਾਂ ਕਿਤੇ ਰਹੀਆਂ, ਉਲਟਾ ਦੇ ਕੇ ਜਾਨ ਛੁੱਟਣੀ ਹੈ। ਕੱਲੀਆਂ ਵਸਤੂਆਂ ਦੇ ਕੇ ਨਹੀਂ, ਆਪਣੀ ਜਿੰਦ ਵੀ ਗਵਾਣੀ ਪੈ ਸਕਦੀ ਹੈ। ਮਰਨ ਹੋਏ ਪੁਨ ਘਰ ਉਜਰਾਏ। ਨਾਲੇ ਮਰਨਾ ਹੋ ਜਾਏਗਾ, ਨਾਲੇ ਘਰ ਉਜੜ ਕੇ ਤਹਿਸ ਨਹਿਸ ਹੋ ਜਾਣਗੇ, ਪਿੰਡਾਂ ਦੇ ਥੇ ਬਣ ਜਾਣਗੇ। ਸ਼੍ਰੀ ਗੁਰੂ ਗੋਬਿੰਦ ਸਿੰਘ ਹਠੀਲਾ। ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੜੇ ਯੋਧੇ ਨੇ, ਸੂਰਮੇ ਨੇ, ਬਹਾਦਰ ਹਨ। ਕੌਣ ਅਰੇ ਤਿਨ ਸੰਗ ਅਰੀਲਾ। ਕਿਹੜਾ ਇਹੋ ਜਿਹਾ ਅਰੀਲਾ ਦੁਸ਼ਮਣ ਹੈ ਜਿਹੜਾ ਉਹਨਾਂ ਦੇ ਸਾਹਮਣੇ ਆ ਕੇ ਅੜ ਸਕੇ, ਲੜ ਸਕੇ। ਇਤਿਆਦਿਕ ਕੈ ਆਪਸ ਮਾਈ। ਏਦਾਂ ਪਿੰਡਾਂ ਦੇ ਵਿੱਚ ਇਹ ਗੱਲ ਦਾ ਚਰਚਾ ਹੁੰਦਾ ਹੈ, ਖੁੰਡ ਚਰਚਾ ਹੁੰਦੀ ਆ ਪਿੰਡਾਂ ਦੇ ਵਿੱਚ। ਲੋਕ ਆਪੋ ਵਿੱਚ ਇਹ ਗੱਲਾਂ ਕਰਦੇ ਹਨ। ਡਰ ਧਰ ਮਗ ਲੂਟਤ ਕੋ ਨਾਈ। ਹੁਣ ਡਰ ਧਾਰਨ ਕਰਕੇ ਗੁਰੂ ਤੇ ਗੁਰੂ ਖਾਲਸੇ ਦਾ ਰਸਤੇ ਵਿੱਚ ਆਉਂਦੇ ਹੋਏ ਸਿੱਖਾਂ ਨੂੰ ਲੁੱਟਣਾ ਤਾਂ ਇੱਕ ਪਾਸੇ ਰਿਹਾ, ਉਹਨਾਂ ਵੱਲ ਟੇਢੀ ਅੱਖ ਕਰਕੇ ਵੀ ਨਹੀਂ ਵੇਖਦੇ। ਜੇ ਸੰਗਤ ਲੰਘਦੀ ਹੋਵੇ ਤੇ ਪਾਸਾ ਵੱਟ ਕੇ ਪਰੇ ਨੂੰ ਚਲੇ ਜਾਂਦੇ ਹਨ। ਬਾਟ ਪਾਰ ਠੱਗ ਚੋਰ ਸੁਯਾਰ। ਇੱਥੇ ਹੀ ਬਸ ਨਹੀਂ, ਜਿਹੜੇ ਰਸਤੇ ਵਿੱਚ ਹੋਰ ਰਾਹ ਮਾਰ ਹੁੰਦੇ ਨੇ, ਠੱਗ ਲੁਟੇਰੇ ਜਾਂ ਜਿਹੜੇ ਚੋਰ ਨੇ, ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਤੇੜੇ ਰਹਿਣ ਵਾਲੇ। ਗਹਿ ਗਹਿ ਕੈਦ ਕਦੀਨੋ ਮਾਰ। ਉਹ ਵੀ ਫੜ ਕੇ ਕੈਦ ਕਰ ਦਿੱਤੇ ਗਏ ਨੇ। ਕਈਆਂ ਨੂੰ ਸੋਧਾ ਲਾ ਦਿੱਤਾ ਗਿਆ, ਕਈਆਂ ਨੂੰ ਭਜਾ ਦਿੱਤਾ ਗਿਆ। ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੇ ਸੈਂਕੜੇ ਪਿੰਡਾਂ ਦੇ ਵਿੱਚ ਸ਼ਾਂਤੀ ਵਰਤ ਗਈ ਹੈ। ਨਹੀਂ ਤਾਂ ਰੋਜ਼ ਕਿਤੇ ਨਾ ਕਿਤੇ ਚੋਰੀ ਹੁੰਦੀ ਸੀ, ਕੋਈ ਨਾ ਕੋਈ ਠੱਗ ਠੱਗੀ ਕਰਦਾ ਸੀ, ਰਾਹ ਮਾਰ ਖਲੋਂਦੇ ਸਨ। ਮਹਾਰਾਜ ਜੀ ਦੇ ਸੂਰਮਿਆਂ ਦੀਆਂ ਫੌਜਾਂ ਫਿਰਦੀਆਂ ਨੇ, ਸ਼ਿਕਾਰ ਖੇਡਣ ਜਾਂਦੇ ਨੇ। ਜਿਹੜਾ ਕੋਈ ਰਾਹ ਮਾਰ ਠੱਗ ਚੋਰ ਹੱਥ ਲੱਗਦਾ ਹੈ,
ਉਹਨੂੰ ਦੰਡ ਦੇ ਕੇ ਇਲਾਕਾ ਛੱਡ ਕੇ ਜਾਣ ਦੀ ਗੱਲ ਕਹਿ ਦਿੱਤੀ ਜਾਂਦੀ ਹੈ। ਦਬ ਕੇ ਦੁਸ਼ਟ ਤੇਜ ਗੁਰ ਹੇਰਾ। ਸਤਿਗੁਰੂ ਜੀ ਦਾ ਮਹਾਨ ਤੇਜ ਤੇ ਪ੍ਰਤਾਪ ਵੇਖ ਕੇ ਜਿੰਨੇ ਦੁਸ਼ਟ ਤੇ ਦੋਖੀ ਨੇ ਉਹ ਹੁਣ ਦਬਕ ਕੇ ਰਹਿੰਦੇ ਨੇ, ਡਰ ਕੇ ਰਹਿੰਦੇ ਹਨ। ਪਾਏ ਸ਼ਾਂਤ ਜਿਤ ਕਿਤ ਤਿਸ ਬੇਰਾ। ਹੁਣ ਤਾਂ ਸਾਰੇ ਪਾਸੇ ਸ਼ਾਂਤੀ ਵਰਤ ਗਈ ਹੈ, ਸਾਰੇ ਪਾਸੇ ਸੁੱਖ ਵਰਤ ਗਿਆ। ਲੋਕ ਬੇਫਿਕਰੀ ਨਾਲ ਘਰਾਂ ਨੂੰ ਤਾਲੇ ਨਹੀਂ ਲਾਉਂਦੇ, ਬੇਫਿਕਰੀ ਨਾਲ ਸੌਂਦੇ ਨੇ ਔਰ ਬੜੀ ਬੇਫਿਕਰੀ ਦੇ ਵਿੱਚ ਲੋਕ ਰਹਿ ਰਹੇ ਨੇ। ਇੱਦਾਂ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ ਕਿ ਮਾਨੋ ਇਹ ਹਲੇਮੀ ਰਾਜ ਹੈ, ਜਿਸ ਹਲੇਮੀ ਰਾਜ ਦੇ ਵਿੱਚ ਨਾ ਕਿਸੇ ਨਾਲ ਠੱਗੀ ਹੁੰਦੀ ਹੈ, ਨਾ ਕਿਸੇ ਦੇ ਘਰ 'ਚ ਚੋਰੀ ਹੁੰਦੀ ਹੈ, ਨਾ ਕੋਈ ਰਾਹ ਮਾਰ ਆ ਕੇ ਕਿਸੇ ਨੂੰ ਰਸਤੇ ਵਿੱਚੋਂ ਲੁੱਟਦਾ ਹੈ। ਬੇਫਿਕਰੀ ਵਿੱਚ ਇਹ ਨਹੀਂ ਇਕੱਲੇ ਸਿੱਖ ਹੀ, ਜਿਹੜੇ ਹੋਰ ਵੀ ਪਿੰਡ ਨੇ, ਆਲੇ ਦੁਆਲੇ ਪਿੰਡਾਂ ਦੇ ਲੋਕ ਨੇ, ਉਹ ਵੀ ਸਾਰੇ ਸੁਖੀ ਹੋ ਗਏ ਹਨ। ਪੰਥੀ ਸੁਖ ਸੋ ਮਾਰਗ ਚਲੇ। ਔਰ ਜਿਹੜੇ ਰਾਹਗੀਰ ਨੇ, ਮੁਸਾਫਰ, ਉਹ ਸੁੱਖ ਦੇ ਨਾਲ ਸਫ਼ਰ ਤੈਅ ਕਰਦੇ ਨੇ, ਸੁੱਖ ਦੇ ਨਾਲ ਪੈਂਡਾ ਤੈਅ ਕਰਦੇ ਹਨ, ਕਿਉਂਕਿ ਰਸਤੇ ਵਿੱਚ ਕੋਈ ਰਾਹ ਮਾਰ ਨਹੀਂ ਮਿਲਦਾ, ਕੋਈ ਠੱਗ ਨਹੀਂ ਮਿਲਦਾ। ਹੁਣ ਜਿੰਨੇ ਰਾਹਗੀਰ ਨੇ, ਮੁਸਾਫਰ ਨੇ, ਉਹ ਬੇਫਿਕਰੀ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਨੇੜਿਓਂ ਗੁਜ਼ਰਦੇ ਹਨ। ਗ੍ਰਸਤੀ ਮਨੋਜ ਆਨੰਦ ਸੋ ਮਿਲੇ। ਔਰ ਜਿਹੜੇ ਗ੍ਰਸਤੀ ਲੋਕ ਨੇ ਪਿੰਡਾਂ ਨਗਰਾਂ ਵਿੱਚ, ਸਾਰੇ ਬੜੇ ਆਨੰਦ ਨਾਲ ਇੱਕ ਦੂਜੇ ਨਾਲ ਮਿਲਦੇ ਹਨ, ਬੜੇ ਖੇੜੇ ਦੇ ਵਿੱਚ ਰਹਿੰਦੇ ਹਨ। ਕਲਗੀਧਰ ਕੋ ਦੇ ਤੇ ਆਸੀਸ। ਸਤਿਨਾਮ ਵਾਹਿਗੁਰੂ, 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 ਸਤਿਨਾਮ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਮੈਂ ਇੱਕ ਬੰਦ ਕਰਕੇ ਕਥਾ ਕਰ ਲੈਂਦੇ ਪਾਸੇ ਕਰ। ਕਲਗੀਧਰ ਕੋ ਦੇ ਤੇ ਆਸੀਸ। ਉਹ ਜਿੰਨੇ ਰਾਹਗੀਰ ਨੇ, ਮੁਸਾਫਰ ਨੇ, ਜਾਂ ਨਗਰਾਂ ਵਿੱਚ ਰਹਿਣ ਵਾਲੇ ਗ੍ਰਸਤੀ ਨੇ, ਸਾਰੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਅਸੀਸਾਂ ਦਿੰਦੇ ਹਨ। ਕਹਿੰਦੇ ਇਹੋ ਜਿਹਾ ਰਾਜ ਕਲਗੀਧਰ ਪਾਤਸ਼ਾਹ ਨੇ ਸਥਾਪਿਤ ਕਰ ਦਿੱਤਾ ਹੈ ਕਿ ਅਸੀਂ ਸਾਰੇ ਪਿੰਡਾਂ ਵਾਲੇ, ਨਗਰਾਂ ਵਾਲੇ ਸੁੱਖ ਨਾਲ ਵਸਦੇ ਹਾਂ। ਕਰੋ ਰਾਜ ਜੀਵੋ ਜੁਗ ਬੀਸ। ਅਸੀਸਾਂ ਦਿੰਦੇ ਨੇ ਪਿੰਡਾਂ ਦੇ ਲੋਕ, ਇਲਾਕੇ ਦੇ ਲੋਕ। ਕਹਿੰਦੇ ਕਲਗੀਆਂ ਵਾਲੇ ਪਾਤਸ਼ਾਹ, ਤੁਸੀਂ ਜੁਗਾਂ ਤਾਈਂ ਜੀਵੋ, ਜੁਗਾਂ ਤਾਈਂ ਤੁਹਾਡਾ ਰਾਜ ਸਥਾਪਿਤ ਹੋਵੇ, ਰਹਿੰਦੀ ਦੁਨੀਆ ਤੱਕ ਆਪ ਜੀ ਦੇ ਰਾਜ ਦਾ ਬੋਲਬਾਲਾ ਹੁੰਦਾ ਰਹੇ। ਸਗਰੀ ਦੂਣ ਤਰਾਸ ਕੋ ਪਾਇਓ। ਜਿੰਨੀ ਦੂਣ ਦੇ ਲੋਕ, ਕਿਉਂਕਿ ਇਹ ਦੂਣ ਦਾ ਇਲਾਕਾ ਕਿਹਾ ਜਾਂਦਾ ਹੈ, ਕਹਿਲੂਰ ਰਿਆਸਤ ਦਾ ਇਲਾਕਾ ਹੈ ਆਨੰਦਪੁਰ ਸਾਹਿਬ। ਦੂਣ ਦਾ ਇਲਾਕਾ ਉਸ ਨੂੰ ਕਹਿੰਦੇ ਨੇ ਜਿਹੜਾ ਸਮਤਲ ਬਰਾਬਰ ਥਾਂ ਹੋਵੇ, ਜਿੱਥੇ ਪਿੰਡ ਵਸਦੇ ਹੋਣ, ਨਗਰ ਸ਼ਹਿਰ ਵਸਦੇ ਹੋਣ ਪਹਾੜਾਂ ਵਿੱਚ, ਉਹਨੂੰ ਦੂਣ ਕਹਿੰਦੇ ਹਨ। ਦੂਣ ਦੇ ਇਲਾਕੇ ਦੇ ਜਿੰਨੇ ਲੋਕ ਨੇ ਸਾਰੇ ਮਹਾਰਾਜ ਜੀ ਦੇ ਸ਼ੁਕਰਗੁਜ਼ਾਰ ਨੇ। ਪਰ ਜਿਹੜੇ ਮਲੇਛ ਨੇ, ਜਰਵਾਣੀ ਬਿਰਤੀ ਰੱਖਣ ਵਾਲੇ ਨੇ, ਉਹ ਮਲੇਛ ਤੇ ਜਰਵਾਣੇ ਜਿਹੜੇ ਹਨ, ਉਹ ਸਤਿਗੁਰੂ ਜੀ ਦਾ ਭੈ ਤੇ ਡਰ ਮੰਨਦੇ ਹਨ। ਜਬਰੀ ਕਰਨ ਨਾਥ ਉਠਾਇਓ। ਔਰ ਜਬਰੀ ਕਰਨ ਵਾਲੇ ਜਿਹੜੇ ਨੇ, ਜ਼ੁਲਮ ਕਰਨ ਵਾਲੇ ਨੇ,
ਉਹਨਾਂ ਸਾਰੇ ਜਰਵਾਣਿਆਂ ਤੇ ਜ਼ੁਲਮ ਕਰਨ ਵਾਲਿਆਂ ਨੂੰ ਸੋਧਾ ਲੱਗਦਾ, ਦੰਡ ਦਿੱਤਾ ਜਾਂਦਾ ਹੈ। ਮਨੋ ਧਰਮ ਕੀ ਨੀਵ ਉਸਾਰੀ। ਮਾਨੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਧਰਮ ਦੀ ਨੀਂਹ ਸਥਾਪਿਤ ਕਰ ਦਿੱਤੀ ਹੈ। ਮਾਨੋ ਜਿਵੇਂ ਧਰਮ ਦੀ ਨੀਂਹ ਰੱਖ ਦਿੱਤੀ ਆ ਗਰੀਬ ਨਵਾਜ ਪਾਤਸ਼ਾਹ ਨੇ। ਜਿਹੜਾ ਧਰਮ ਉੱਡ ਗਿਆ ਸੀ ਖੰਭ ਲਾ ਕੇ, ਉਹ ਧਰਮ ਗੁਰਦੇਵ ਨੇ ਸਥਾਪਿਤ ਕਰ ਦਿੱਤਾ ਹੈ। ਪਸਰਿਓ ਸੁਜਸ ਕਿਦੋਂ ਫੁਲਵਾਰੀ। ਜਾਂ ਇਸ ਤਰ੍ਹਾਂ ਕਹਿ ਲਈਏ ਕਲਗੀਧਰ ਦਾ ਜਸ, ਸਤਿਗੁਰਾਂ ਦੀ ਸੋਭਾ, ਮਹਾਰਾਜ ਜੀ ਦੀ ਮਹਿਮਾ ਇਸ ਤਰ੍ਹਾਂ ਪਸਰੀ ਹੈ ਗੁਰੂ ਖਾਲਸਾ ਜੀ, ਜੈਸੇ ਫੁੱਲਾਂ ਦੇ ਬਗੀਚੇ ਦੀ ਕਹਿੰਦੇ ਖੁਸ਼ਬੂ ਫੈਲਦੀ ਹੈ, ਜੈਸੇ ਮਾਲਤੀ ਦੇ ਫੁੱਲਾਂ ਦੀ ਖੁਸ਼ਬੂ ਫੈਲਦੀ ਹੈ, ਏਦਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਜਸ ਸਾਰੇ ਜਗਤ ਦੇ ਵਿੱਚ ਪਸਰਿਆ ਤੇ ਫੈਲਿਆ ਹੈ। ਸੰਗਤ ਦੂਰ ਦੂਰ ਤੇ ਆਵੇ। ਦੂਰੋਂ ਦੂਰੋਂ ਸੰਗਤਾਂ ਚੱਲ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ। ਦੂਰ ਦਰੇਡੇ ਤੋਂ ਗੁਰਸਿੱਖ ਚੱਲ ਕੇ ਮਹਾਰਾਜ ਜੀ ਦੇ ਦੀਦਾਰ ਕਰਨ ਆਉਂਦੇ ਹਨ। ਅਜਬ ਉਪਾਇਨ ਅਨਗਨ ਲਿਆਵੇ। ਅਜਬ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾ ਕਰਨ ਵਾਸਤੇ ਅਣਗਿਣਤੀ ਭੇਟਾਵਾਂ ਲੈ ਕੇ ਆਉਂਦੇ ਹਨ। ਧਰੈ ਕੇਸ ਕੱਛ ਪਹਿਰੈ ਜੇਈ। ਔਰ ਜਿੰਨੇ ਸਿੱਖ ਆਉਂਦੇ ਨੇ ਮਹਾਰਾਜ ਜੀ ਕੋਲੋਂ ਖੰਡੇ ਦੀ ਪੌਲ ਛਕਦੇ ਹਨ, ਕੇਸਾ ਧਾਰੀ ਹੁੰਦੇ ਹਨ, ਗਾਤਰੇ ਸ਼੍ਰੀ ਸਾਹਿਬਾਂ, ਤੇੜ ਕਛਹਿਰੇ ਔਰ ਸ਼ਸਤਰ ਧਾਰੀ ਹੋ ਕੇ ਪੰਜਾਂ ਕੱਕਿਆਂ ਦੇ ਸਹਿਤ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਕੇ ਦਸਮੇਸ਼ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਰਹੇ ਸਮੀਪ ਪ੍ਰਭੂ ਕੇ ਤੇਈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਰਨ 'ਚ ਰਹਿੰਦੇ ਹਨ। ਬਹੁਤ ਸਾਰੇ ਸਿੰਘ ਮਹਾਰਾਜ ਜੀ ਦੀ ਫੌਜ ਵਿੱਚ ਭਰਤੀ ਹੁੰਦੇ ਨੇ, ਆ ਕੇ ਮਹਾਰਾਜ ਜੀ ਦੀ ਫੌਜ ਦੇ ਵਿੱਚ ਭਰਤੀ ਹੋ ਕੇ ਕਲਗੀਧਰ ਦੀਆਂ ਖੁਸ਼ੀਆਂ ਲੈਂਦੇ ਹਨ। ਜੋ ਆਵਤ ਹੈ ਦਰਸ਼ਨ ਹੇਤ। ਜਿਹੜਾ ਵੀ ਕੋਈ ਮਾਈ ਭਾਈ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਹੈ, ਤਿਨ ਉਪਦੇਸ਼ ਤਿਸੀ ਬਿਦ ਦੇਤ। ਉਹਨਾਂ ਨੂੰ ਉਸੇ ਪ੍ਰਕਾਰ ਦਾ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਦੇ ਹਨ। ਧਰ ਕੱਛ ਕੇਸ਼ ਸ਼ਸਤਰ ਤਨ ਬਾਂਧੋ। ਇਹ ਹੁਕਮ ਹੁੰਦਾ ਆਏ ਹੋਏ ਹਰ ਇੱਕ ਸਿੱਖ ਨੂੰ, ਤੇੜ ਕਛਹਿਰਾ, ਗਾਤਰੇ ਸ਼੍ਰੀ ਸਾਹਿਬ ਔਰ ਸਰੀਰ ਤੇ ਸੀਸ ਤੇ ਕੇਸ ਜਿਹੜੇ ਨੇ ਉਹ ਹਰ ਇੱਕ ਸਿੱਖ ਨੇ ਧਾਰਨ ਕਰਨੇ ਹਨ। ਹਰ ਇੱਕ ਮਾਈ ਭਾਈ ਨੇ ਕੇਸਾ ਧਾਰੀ ਹੋਣਾ ਹੈ। ਤੁਰਕ ਦੁਸ਼ਟ ਜਨ ਗਨ ਕੋ ਸਾਧੋ। ਕਿਸੇ ਨੇ ਵੀ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਗਾਤਰੇ ਸ਼੍ਰੀ ਸਾਹਿਬ ਰੱਖਣੀ ਹੈ। ਪੰਜਾਂ ਕੱਕਿਆਂ ਦੇ ਆਪਣੇ ਸਰੀਰ ਤੇ ਧਾਰਨ ਕਰਦਿਆਂ ਤਿਨਾਂ ਦਾ ਵਿਸਾਹ ਨਹੀਂ ਕਰਨਾ ਹੈ। ਇਸੇ ਪ੍ਰਕਾਰ ਨਾਲ ਜਿਹੜੇ ਦੁਸ਼ਟ ਨੇ, ਮਲੇਛ ਨੇ, ਜਿਹੜੇ ਇਸ ਵੇਲੇ ਤੁਰਕ ਮਲੇਛ ਬਣ ਕੇ ਰਾਜ ਕਰ ਰਹੇ ਨੇ, ਜ਼ੁਲਮ ਕਰ ਰਹੇ ਨੇ, ਉਹਨਾਂ ਨਾਲ ਹਮੇਸ਼ਾ ਆਪਣਾ ਜੰਗ ਰੱਖਣਾ ਹੈ। ਜਿਹੜੇ ਮਲੇਛ ਨੇ, ਜੁਰਮ ਕਰਨ ਵਾਲੇ, ਉਹਨਾਂ ਨਾਲ ਹਮੇਸ਼ਾ ਜੰਗ ਯੁੱਧ ਰੱਖਣਾ ਹੈ। ਜੇਕਰ ਆਯੁਧ ਹੋਵਤ ਪਾਸ। ਮਹਾਰਾਜ ਜੀ ਕਹਿੰਦੇ ਜੇਕਰ ਤੁਹਾਡੇ ਕੋਲ ਸ਼ਸਤਰ ਹੋਣਗੇ, ਜੇਕਰ ਖਾਲਸਾ ਜੀ ਤੁਸੀਂ ਸ਼ਸਤਰ ਧਾਰੀ ਹੋਵੋਗੇ, ਸ਼ਸਤਰਾਂ ਦੇ ਸਹਿਤ ਹੋਵੋਗੇ, ਹੱਥ ਨ ਪਾਏ ਸਕੇ ਰਿਪਤਾਸ। ਕੋਈ ਦੁਸ਼ਮਣ ਤੁਹਾਨੂੰ ਹੱਥ ਨਹੀਂ ਪਾ ਸਕੇਗਾ। ਜੇ ਸ਼ਸਤਰ ਹੀ ਤਿਆਗ ਦਿੱਤੇ ਫਿਰ ਭੇਡ ਵਾਂਗੂ ਜਿਹੜਾ ਮਰਜੀ ਕੰਨ ਤੋਂ ਫੜ ਕੇ ਜਿੱਧਰ ਮਰਜੀ ਲੈ ਜਾਏ। ਇਸ ਕਰਕੇ ਸਿੰਘੋ ਸ਼ਸਤਰ ਧਾਰੀ ਹੋਣਾ, ਸ਼ਸਤਰਾਂ ਦਾ ਵਿਸਾਹ ਨਹੀਂ ਕਰਨਾ, ਹਮੇਸ਼ਾ ਸ਼ਸਤਰ ਆਪਣੇ ਸਰੀਰ ਤੇ ਧਾਰਨ ਕਰਨੇ ਹਨ। ਸ਼ਸਤਰ ਧਾਰੀ ਹੋਵੋਗੇ ਤਾਂ ਜਰਵਾਣੇ, ਮਲੇਛ ਤੁਹਾਡੇ ਤੋਂ ਭੈ ਭੀਤ ਹੋ ਕੇ ਤੁਹਾਨੂੰ ਹੱਥ ਨਹੀਂ ਪਾ ਸਕਣਗੇ। ਹੈ ਸ਼ਸਤਰਨ ਕੋ ਅਧਿਕ ਪ੍ਰਤਾਪੂ। ਕਿਉਂਕਿ ਨਾ ਸ਼ਸਤਰਾਂ ਦਾ ਬੜਾ ਪ੍ਰਤਾਪ ਹੈ। ਜ਼ਰੂਰੀ ਨਹੀਂ ਤੁਸੀਂ ਤਲਵਾਰ ਕੱਢ ਕੇ ਕਿਸੇ ਨੂੰ ਵਿਖਾਉਣੀ ਆ, ਉਹਨੇ ਭੈ ਭੀਤ ਹੋਣਾ। ਤੁਹਾਡੇ ਗਾਤਰੇ 'ਚ ਪਈ ਤਲਵਾਰ ਹੀ ਆਪਣੇ ਆਪ ਦੇ ਵਿੱਚ ਆਪਣੇ ਪ੍ਰਤਾਪ ਪ੍ਰਗਟ ਕਰਦੀ ਹੈ। ਉਹਨੇ ਆਪਣਾ ਜਲਾਲ ਆਪੇ ਹੀ ਪ੍ਰਗਟ ਕਰ ਲੈਣਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸਿੱਖੋ ਸ਼ਸਤਰਾਂ ਦਾ ਬੜਾ ਵੱਡਾ ਅਦਕ ਪ੍ਰਤਾਪ ਹੈ। ਨਿਵੇਂ ਜਗਤ ਜਨ ਹੋਏ ਤ੍ਰਿਤ ਆਪੂ। ਔਰ ਜਿਹੜਾ ਸ਼ਸਤਰ ਧਾਰਨ ਕਰਦਾ ਉਹਦੇ ਅੰਦਰ ਧੀਰਜ ਹੁੰਦਾ ਹੈ, ਉਹਦੇ ਅੰਦਰ ਠਰਮਾ ਹੁੰਦਾ ਹੈ। ਔਰ ਜਿਹੜੇ ਦੋਖੀ ਨੇ, ਜਰਵਾਣੇ ਨੇ,
ਉਹ ਭੈ ਭੀਤ ਹੁੰਦੇ ਹਨ। ਨੈ ਮਸੰਦ ਲੇਤੇ ਗੁਰਕਾਰ। ਹੁਣ ਕਿਉਂਕਿ ਮਸੰਦ ਪ੍ਰਥਾ ਗੁਰਦੇਵ ਨੇ ਖਤਮ ਕਰ ਦਿੱਤੀ ਹੈ। ਪਹਿਲਾਂ ਜਿਹੜੀ ਸੰਗਤ ਦੀ ਦਸਵੰਧ ਦੀ ਮਾਇਆ ਸੀ ਉਹ ਮਸੰਦ ਇਕੱਠੀ ਕਰਿਆ ਕਰਦੇ ਸਨ, ਪਰ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਸੰਦਾਂ ਦੀ ਜਿਹੜੀ ਇਹ ਕਾਰ ਸੀ ਉਹ ਸਦਾ ਵਾਸਤੇ ਬੰਦ ਕਰ ਦਿੱਤੀ ਹੈ। ਸਿੱਖ ਆਪਿਆਂ ਨੇ ਦਰਬਾਰ। ਸਤਿਗੁਰੂ ਜੀ ਦੇ ਸਿੱਖ ਦਸਵੰਧ ਦੀ ਮਾਇਆ ਹੁਣ ਆਪ ਖੁਦ ਇਕੱਠੀ ਕਰਕੇ ਕਲਗੀਧਰ ਜੀ ਦੇ ਚਰਨਾਂ ਵਿੱਚ ਲੈ ਕੇ ਆਉਂਦੇ ਹਨ। ਨਈ ਰੀਤ ਕਲਗੀਧਰ ਕੀਨੀ। ਇਹ ਨਵੀਂ ਰੀਤ ਗੁਰੂ ਘਰ ਵਿੱਚ ਕਲਗੀਧਰ ਜੀ ਨੇ ਚਲਾ ਦਿੱਤੀ ਕਿ ਸਿੱਖ ਖੁਦ ਆਪ ਸਿੱਧਾ ਗੁਰੂ ਚਰਨਾਂ ਵਿੱਚ ਆ ਕੇ ਆਪਣੇ ਹੱਥੀਂ ਅਰਪਣ ਕਰੇ। ਜਿਹੜੀ ਪਹਿਲਾਂ ਮਸੰਦ ਵਿੱਚ ਵਿਚੋਲੇ ਬਣ ਕੇ ਭਟਾਵਾਂ ਲਿਆਉਂਦੇ ਸਨ, ਉਹ ਮਸੰਦ ਪ੍ਰਥਾ ਮਹਾਰਾਜ ਜੀ ਨੇ ਸदैवी ਕਾਲ ਲਈ ਸਮਾਪਤ ਕਰ ਦਿੱਤੀ ਹੈ। ਸਗਰੇ ਦੇਸ਼ ਵਿਦੇਸ਼ਨ ਚੀਨੀ। ਸਾਰਿਆਂ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਦੂਰ ਦੂਰ ਤੱਕ ਇਸ ਗੱਲ ਦਾ ਫੈਲਾਓ ਹੋ ਚੁੱਕਾ ਹੈ ਕਿ ਸਿੱਖ ਖੁਦ ਆਉਣ ਤੇ ਆਪ ਆ ਕੇ ਭਟਾਵਾਂ ਅਰਪਣ ਕਰਨ। ਕਿਸੇ ਮਸੰਦ ਨੂੰ ਦਸਵੰਧ ਦੀ ਮਾਇਆ ਇਕੱਠੀ ਕਰਕੇ ਨਹੀਂ ਦੇਣੀ। ਇਸ ਬਿਦ ਕੇਤਕ ਮਾਸ ਬਿਤਾਏ। ਇਸੇ ਤਰ੍ਹਾਂ ਕੁਝ ਮਹੀਨੇ ਬਤੀਤ ਹੋ ਗਏ। ਫਾਗਨ ਮੈਂ ਸਿੱਖ ਦਰਸ਼ਨ ਆਏ। ਫੱਗਣ ਦਾ ਮਹੀਨਾ ਸਿੱਖ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਚੱਲ ਕੇ ਆਏ ਹਨ। ਹੋਲਾ ਕੀਓ ਆਨ ਤਿਸ ਕਾਲਾ। ਫੱਗਣ ਦੇ ਮਹੀਨੇ ਵਿੱਚ ਝੋਲੇ ਦਾ ਸਮਾਗਮ, ਹੋਲੇ ਮਹੱਲੇ ਦਾ ਜੋੜ ਮੇਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੁੰਦਾ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਅੰਤ ਸੰਗਤਾਂ ਹੋਲਾ ਮਹੱਲਾ ਮਨਾਉਣ ਲਈ ਆਨੰਦਪੁਰ ਸਾਹਿਬ ਆਣ ਕੇ ਇਕੱਤਰ ਹੋਈਆਂ ਹਨ। ਗਿਆਨੀ ਧਿਆਨੀ ਸਿੱਖ ਵਿਸਾਲਾ। ਬੜੇ ਬੜੇ ਗਿਆਨੀ ਧਿਆਨੀ ਗੁਰ ਸਿੱਖ, ਬੜੇ ਬੜੇ ਮਹਾਨ ਸਿੱਖ ਹੋਲੇ ਮਹੱਲੇ ਦੇ ਇਸ ਜੋੜ ਮੇਲੇ ਤੇ ਸ੍ਰੀ ਆਨੰਦਪੁਰ ਸਾਹਿਬ ਆਣ ਕੇ ਇਕੱਤਰ ਹੋਏ ਹਨ। ਮਿਲੇ ਕੁਲਾਲ ਅਧਿਕ ਪ੍ਰਕਾਸ਼ੇ। ਔਰ ਬੜਾ ਭਾਰੀ ਖੇੜਾ ਹੋ ਰਿਹਾ ਆਨੰਦਪੁਰ ਸਾਹਿਬ ਵਿੱਚ। ਹੋਲੇ ਮਹੱਲੇ ਦੇ ਸਮਾਗਮ 'ਚ ਬੜੀਆਂ ਭਾਰੀਆਂ ਖੁਸ਼ੀਆਂ ਪ੍ਰਗਟ ਹੋ ਰਹੀਆਂ ਨੇ। ਰਾਗ ਰੰਗ ਅਰ ਸਵਾਂਗ ਤਮਾਸ਼ੇ। ਔਰ ਗੁਰੂ ਘਰ ਦੇ ਦਰਬਾਰ ਵਿੱਚ ਜਿੱਥੇ ਅਨੇਕ ਪ੍ਰਕਾਰ ਦੇ ਰਾਗ ਗਾਇਨ ਹੁੰਦੇ ਨੇ, ਕੀਰਤਨ ਹੁੰਦਾ ਹੈ, ਮੇਲੇ ਦੀਆਂ ਹੋਰ ਵੀ ਬਹੁਤ ਸਾਰੀਆਂ ਰੌਣਕਾਂ ਸ਼ਹਿਰ ਵਿੱਚ ਨਜ਼ਰ ਆ ਰਹੀਆਂ ਹਨ। ਕਰ ਕਰ ਅਧਿਕ ਵਿਦਨ ਕੇ ਲਿਆਵੇ। ਅਨੇਕ ਪ੍ਰਕਾਰ ਦੇ ਜਿਹੜੇ ਭੱਟ ਨੇ, ਕਲਾਵਤ ਨੇ, ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਚੱਲ ਕੇ ਆਉਂਦੇ ਹਨ। ਸ੍ਰੀ ਸਤਿਗੁਰ ਕੇ ਨਿਕਟ ਦਿਖਾਵੇ। ਔਰ ਉਹ ਕਲਾਵਤ ਭੱਟ ਆ ਕੇ ਆਪੋ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਮਹਾਰਾਜ ਜੀ ਦੇ ਚਰਨਾਂ 'ਚ ਕਰਦੇ ਹਨ। ਜਗਤ ਕਿਰਿਆ ਕੋ ਪ੍ਰਭੂ ਦਿਖੰਤੇ। ਸੰਸਾਰ ਦੀ ਜਿਹੜੀ ਇਹ ਖੇਡ ਹੈ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਰਕੇ ਵਿਖਾ ਰਹੇ ਨੇ, ਕਿਉਂਕਿ ਮੈਂ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਹੈਨ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦਾ ਸਵਰੂਪ। ਪਰਮਾਤ ਲੋਕ ਦੀ ਧਰਤੀ ਵਿੱਚ ਮਨੁੱਖਾਂ ਵਾਲੀ ਜਿਹੜੀ ਕਿਰਿਆ, ਸਰੀਰਕ ਕਿਰਿਆ, ਉਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਰਦੇ ਹਨ। ਹਰਖ ਸ਼ੋਕ ਨਾਨਾ ਬਿਰਤੰਤੇ। ਹਰਖ ਸੋਗ ਦੇ ਨਾਨਾ ਪ੍ਰਕਾਰ ਦੇ ਬਿਰਤੰਤ ਹੁੰਦੇ ਹਨ। ਗੁਰੂ ਨਿਕਟ ਹੋਰੀ ਪਛਾਤ। ਇਸ ਪ੍ਰਕਾਰ ਨਾਲ ਹੋਲੇ ਮਹੱਲੇ ਦਾ ਸਮਾਗਮ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਇਆ। ਸੰਗਤ ਕੇ ਸਿੱਖ ਬੋਲੇ ਬਾਤ। ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਚਲੀਆਂ ਗਈਆਂ। ਜਦੋਂ ਮੇਲਾ ਸਮਾਪਤ ਹੋ ਗਿਆ, ਕੁਝ ਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਸਤਿਗੁਰਾਂ ਨਾਲ ਗੱਲ ਕਰਕੇ ਬਚਨ ਕਰਨ ਲੱਗੇ। ਪਾਤਸ਼ਾਹ ਸੁਨੀਏ ਇਸ ਬਾਰੀ। ਕਹਿਣ ਲੱਗੇ, ਹੈ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਸੁਣੋ ਇਸ ਵਾਰ ਇੱਕ ਏਦਾਂ ਦੀ ਘਟਨਾ ਘਟੀ ਹੈ ਮਹਾਰਾਜ ਦੀ ਮੇਲੇ ਦੇ ਵਿੱਚ। ਪਾ ਉਤਸ਼ਾਹ ਫਾਗ ਕੋ ਪਾਰੀ। ਮਹਾਰਾਜ ਹੋਲੇ ਮਹੱਲੇ ਦਾ ਜੋੜ ਮੇਲਾ ਬੜਾ ਵਧੀਆ ਹੋਇਆ, ਬੜੇ ਉਤਸ਼ਾਹ ਹੋਏ ਨੇ, ਬੜੇ ਖੁਸ਼ੀ ਪੂਰਵਕ ਢੰਗ ਦੇ ਨਾਲ ਸਿੱਖਾਂ ਨੇ ਹੋਲੇ ਮਹੱਲੇ ਦਾ ਸਮਾਗਮ ਮਨਾਇਆ। ਸੰਗਤ ਵਿੱਚ ਤੇ ਸਿੱਖਣੀ ਦੋਏ। ਮਹਾਰਾਜ ਪਰ ਇੱਕ ਬੜੀ ਮੰਦਭਾਗੀ ਘਟਨਾ ਵੀ ਘਟੀ ਹੈ। ਉਹਨਾਂ ਸਿੱਖਾਂ ਨੇ ਦੱਸਿਆ ਕਿ ਮਹਾਰਾਜ ਦੋ ਔਰਤਾਂ ਜਿਹੜੀਆਂ ਇਸ ਮੇਲੇ ਦੇ ਵਿੱਚ ਆਈਆਂ ਹੋਈਆਂ ਸਨ, ਉਹ ਕਿਸੇ ਬਗਾਨੇ ਬੰਦਿਆਂ ਦੇ ਨਾਲ ਆਪਣੇ ਭਰਤਿਆਂ ਨੂੰ ਛੱਡ ਕੇ ਚਲੀਆਂ ਗਈਆਂ ਹਨ।
ਇਹੋ ਜੀ ਘਟਨਾ ਮਹਾਰਾਜ ਜੀ ਮੇਲੇ ਦੇ ਵਿੱਚ ਇੱਕ ਘਟੀ ਹੈ। ਸ਼੍ਰੀ ਮੁਖ ਤੇ ਤਿੰਨ ਕੇ ਸੰਗ ਭਨੇ। ਕਲਗੀਧਰ ਪਾਤਸ਼ਾਹ ਜੀ ਨੇ ਉਸ ਵੇਲੇ ਸੁਣ ਕੇ ਬਚਨ ਕਿਹਾ, ਸਿੱਖਾਂ ਨੂੰ ਕਹਿਣ ਲੱਗੇ, ਮੇਲੇ ਇਸੀ ਹੇਤ ਕੋ ਬਨੇ। ਮਹਾਰਾਜ ਜੀ ਕਹਿੰਦੇ, ਭਾਈ ਜਿਹੜੇ ਇਦਾਂ ਦੇ ਜੋੜ ਮੇਲੇ ਹੁੰਦੇ ਨੇ, ਉਹਨਾਂ ਜੋੜ ਮੇਲਿਆਂ ਵਿੱਚ ਕੁਝ ਇਹੋ ਜਿਹੇ ਭੱਦੇ ਆਚਰਣ ਵਾਲੇ ਲੋਕ ਵੀ ਪਹੁੰਚ ਜਾਂਦੇ ਹਨ, ਜਿਨ੍ਹਾਂ ਦੀ ਬਿਰਤੀ ਮਾੜੀ ਹੁੰਦੀ ਹੈ। ਬਗਲੇ ਨੇ ਮਾਨ ਸਰੋਵਰ ਤੇ ਕੰਢੇ ਤੇ ਜਾ ਕੇ ਵੀ ਡੱਡੀਆਂ ਮੱਛੀਆਂ ਖਾਣੀਆਂ ਹੁੰਦੀਆਂ ਨੇ। ਧਾਰਮਿਕ ਜੋੜ ਮੇਲਿਆਂ ਦੇ ਉੱਤੇ ਜਿੱਥੇ ਲੋਕ ਲਾਹਾ ਪ੍ਰਾਪਤ ਕਰਨ ਵਾਸਤੇ ਇਕੱਠੇ ਹੁੰਦੇ ਨੇ, ਉੱਥੇ ਸੰਸਾਰ ਦੀਆਂ ਰੰਗ ਰੌਣਕਾਂ ਵੇਖਣ ਲਈ ਉਹਨਾਂ ਮੇਲਿਆਂ ਦੇ ਵਿੱਚ ਅਨੇਕ ਪ੍ਰਕਾਰ ਦੇ ਭੱਦੇ ਤੇ ਮਾੜੇ ਆਚਰਣ ਵਾਲੇ ਲੋਕ ਵੀ ਹੁੰਦੇ ਨੇ। ਸਾਰੇ ਤਾਂ ਇੱਕੋ ਜਿਹੇ ਨਹੀਂ ਹੁੰਦੇ। ਉੱਥੇ ਜਿਨ੍ਹਾਂ ਨੇ ਲਾਹਾ ਲੈਣਾ ਉਹ ਲਾਹਾ ਲੈਂਦੇ ਹਨ, ਜਿਨ੍ਹਾਂ ਨੇ ਉੱਥੇ ਆ ਕੇ ਵੀ ਮੱਛੀਆਂ ਡੱਡੀਆਂ ਹੀ ਭਾਲ ਲੀਆਂ ਨੇ, ਵਿਕਾਰ ਹੀ ਚਿੱਤ ਬਣੇ ਨੇ, ਉਹ ਇਦਾਂ ਦੇ ਲੋਕ ਵੀ ਮੇਲਿਆਂ ਦੇ ਵਿੱਚ ਸੰਗਤ ਜੀ ਆਉਂਦੇ ਹਨ। ਇੱਕ ਤੋਂ ਲਾਭ ਲੈਣ ਕੋ ਆਵੇ। ਇੱਕ ਤਾਂ ਉਹ ਨੇ ਜਿਹੜੇ ਲਾਭ ਲੈਣ ਆਉਂਦੇ ਨੇ, ਉਹ ਕਹਿੰਦੇ ਅਸੀਂ ਜੋੜ ਮੇਲੇ 'ਚ ਜਾਣਾ, ਕਥਾ ਕੀਰਤਨ ਸੁਣਾਂਗੇ, ਗੁਰਸਿੱਖਾਂ ਦੇ ਦਰਸ਼ਨ ਕਰਾਂਗੇ, ਵੱਧ ਤੋਂ ਵੱਧ ਬਾਣੀ ਪੜ੍ਹਾਂ ਸੁਣਾਂਗੇ। ਸਤਪੁਰਸ਼ਨ ਕੇ ਦਰਸ਼ਨ ਪਾਵੇ। ਕਿ ਜੋੜ ਮੇਲੇ 'ਚ ਬੜੇ ਬੜੇ ਮਹਾਂਪੁਰਸ਼ ਆਉਂਦੇ ਆ, ਮਹਾਤਮਾ ਆਉਂਦੇ ਆ, ਸਾਧੂ ਆਉਂਦੇ ਆ, ਉਹਨਾਂ ਦੇ ਜਾ ਕੇ ਦਰਸ਼ਨ ਕਰਾਂਗੇ। ਮੱਜੈ ਤੀਰਥ ਕੋ ਉਤਸ਼ਾਉ। ਔਰ ਤੀਰਥ ਇਸ਼ਨਾਨ, ਕਿਉਂਕਿ ਤੀਰਥਾਂ ਤੇ ਵੀ ਮੇਲੇ ਲੱਗਦੇ ਹੁੰਦੇ ਨੇ, ਤੀਰਥ ਇਸ਼ਨਾਨ ਕਰਾਂਗੇ, ਸਰੋਵਰਾਂ 'ਚ ਚੁੱਭੇ ਲਾਵਾਂਗੇ, ਜਾਂ ਜਿਹੜੇ ਹੋਰ ਤੀਰਥ ਨੇ ਉੱਥੇ ਇਸ਼ਨਾਨ ਕਰਾਂਗੇ। ਇਦਾਂ ਦਾ ਲਾਹਾ ਲੈਣ ਵਾਲੇ ਵੀ ਆਉਂਦੇ ਹਨ। ਆਵੇਂ ਸਬਨ ਮੋਹਛਿਆ ਮਾਉ। ਮਹਾ ਉਤਸਵ ਮਹੋਛਿਆ ਕਹਿੰਦੇ ਮਹਾ ਉਤਸਵ ਜਾਣ ਕੇ ਆਉਂਦੇ ਹਨ। ਜੀਵਨ ਕੋ ਸੁਭਾਵ ਪਰਖੰਤੇ। ਪਰ ਉੱਥੇ ਬਹੁਤ ਸਾਰੇ ਜੀਵਾਂ ਦਾ ਸੁਭਾਅ ਪਰਖਣ ਦੇ ਵਿੱਚ ਜਦੋਂ ਮੇਲੇ ਹੁੰਦੇ ਐ, ਉਹਨਾਂ ਮੇਲਿਆਂ 'ਚ ਭਾਂਤ ਭਾਂਤ ਦੀ ਲੱਕੜ ਆਈ ਹੁੰਦੀ ਹੈ, ਬਨ ਬਨ ਦੀ ਲੱਕੜ ਆਈ ਹੁੰਦੀ ਹੈ। ਉਹਨਾਂ ਸਾਰਿਆਂ ਦੇ ਸੁਭਾਅ ਵੇਖਣ ਵਿੱਚ ਪਰਖਣ ਵਿੱਚ ਨਜ਼ਰ ਆਉਂਦੇ ਹਨ। ਪਾਪ ਨਿਵਾਰੇ ਸ਼ਰਧਾਵੰਤੇ। ਜਿਹੜੇ ਸ਼ਰਧਾਵਾਨ ਨੇ ਉਹ ਤਾਂ ਤੀਰਥ ਸਥਾਨਾਂ ਤੇ ਆ ਕੇ, ਧਰਮ ਸਥਾਨਾਂ ਤੇ ਜੋੜ ਮੇਲਿਆਂ 'ਚ ਆ ਕੇ ਆਪਣੇ ਪਾਪ ਨਿਵਾਰਦੇ ਨੇ, ਪਾਪਾਂ ਦੀ ਨਿਰਵਿਰਤੀ ਕਰਦੇ ਨੇ। ਤਿਨ ਮੈਂ ਵਿਗੜ ਬਹੁਤ ਨਰ ਜਾਈ। ਪਰ ਉਹਨਾਂ ਮੇਲਿਆਂ ਦੇ ਵਿੱਚ ਕਈ ਵਿਗੜੇ ਹੋਏ ਲੋਕ ਵੀ ਆਉਂਦੇ ਨੇ, ਜਿਨ੍ਹਾਂ ਨੇ ਉੱਥੇ ਆ ਕੇ ਵੀ ਪਾਪ ਹੀ ਚਿਤਵਣੇ ਤੇ ਪਾਪ ਕਰਮ ਹੀ ਕਰਨੇ ਹਨ। ਧਰਮ ਸਥਾਨਾਂ ਤੇ ਆ ਕੇ ਵੀ ਉਹ ਲੋਕ ਪਾਪੀ ਬਿਰਤੀ ਰੱਖਦੇ ਨੇ, ਬਗਲੇ ਵਾਂਗੂ। ਕੋ ਫਲ ਖਾਟੇ ਅਧਿਕਾਈ। ਕੋਈ ਵਿਰਲਾ ਹੀ ਹੁੰਦਾ ਜਿਹੜਾ ਜੋੜ ਮੇਲਿਆਂ ਦੇ ਵਿੱਚੋਂ ਫਲ ਲੈਂਦਾ, ਨਹੀਂ ਤਾਂ ਬਹੁਤੇ ਫਲ ਗਵਾ ਕੇ ਹੀ ਆਉਂਦੇ ਐ। ਆਮ ਕਰਕੇ ਜਿੰਨੇ ਵੀ ਹੁਣ ਵੱਡੇ ਵੱਡੇ ਜੋੜ ਮੇਲੇ ਹੁੰਦੇ ਆ, ਚਾਹੇ ਫਤਿਹਗੜ੍ਹ ਸਾਹਿਬ ਦਾ ਸ਼ਹੀਦਾਂ ਦੀ ਸਭਾ ਹੁੰਦੀ ਹੈ, ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ ਹੁੰਦਾ, ਮੁਕਤਸਰ ਸਾਹਿਬ ਮਾਘੀ ਦਾ ਜੋੜ ਮੇਲਾ ਹੁੰਦਾ ਹੈ, ਦਮਦਮਾ ਸਾਹਿਬ ਵਿਸਾਖੀ ਦਾ, ਚਮਕੌਰ ਸਾਹਿਬ ਦੀ ਧਰਤੀ ਤੇ ਦੁਸਹਿਰੇ ਦਾ, ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਦੀਪਮਾਲਾ ਦੀਵਾਲੀ ਦਾ ਜੋੜ ਮੇਲਾ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਲੀ ਦਾ ਜੋੜ ਮੇਲਾ ਹੁੰਦਾ ਹੈ। ਉਹਨਾਂ ਜੋੜ ਮੇਲਿਆਂ 'ਚ ਲਾਹਾ ਲੈਣ ਵਾਲੇ ਤਾਂ ਅੱਜ ਵੀ ਥੋੜ੍ਹੇ ਹੀ ਹੁੰਦੇ ਆ ਨਾ। ਹੁਣ ਵੀ ਜਿਹੜੇ ਜਾਂਦੇ ਸਾਰੇ ਤੇ ਨਹੀਂ ਲਾਹਾ ਲੈਂਦੇ, ਉਹਨਾਂ 'ਚੋਂ ਬਹੁਤੇ ਜਿਹੜੇ ਹੁੰਦੇ ਨੇ ਆ ਨੌਜਵਾਨ ਬੱਚਿਆਂ ਦੀ ਉੱਥੇ ਵੇਖਣ ਵਿੱਚ ਹੁੰਦਾ ਵੀ ਆਏ ਸਭਾ ਦੇ ਜੋੜ ਮੇਲੇ, ਸਾਹਿਬਜ਼ਾਦਿਆਂ ਨੂੰ ਸ਼ਰਧਾ ਭੇਟ ਕਰਨ ਤੇ ਪੀਪਣੀਆਂ ਵਜਾਉਂਦੇ ਵੇਖੇ ਜਾਂਦੇ ਨੇ। ਹੋਰ ਅਨੇਕ ਪ੍ਰਕਾਰ ਦੇ ਗਾਣੇ ਭੱਦੇ ਸ਼ਬਦ ਜਿਹੜੇ ਨੇ ਉਹ ਲਾ ਕੇ ਟਰੈਕਟਰਾਂ ਦੇ ਉੱਤੇ ਉੱਚੀ ਉੱਚੀ ਆਵਾਜ਼ ਦੇ ਵਿੱਚ ਜਾ ਧਰਮ ਸਥਾਨਾਂ ਦੀ ਯਾਤਰਾ ਰੂ ਰਹੇ ਹੁੰਦੇ ਨੇ ਤੇ ਲਾਏ ਉਹਨਾਂ ਨੇ ਗਾਣੇ ਹੁੰਦੇ ਐ। ਆ ਪਿੱਛੇ ਜੇ ਕੁਝ ਸਿੰਘਾਂ ਨੇ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ, ਭਾਈ ਸਮਝ ਜਾਓ, ਸੁਚੇਤ ਹੋ ਜਾਓ, ਇਹ ਜੋੜ ਮੇਲੇ ਜਿਹੜੇ ਨੇ ਧਾਰਮਿਕ ਜੋੜ ਮੇਲੇ ਨੇ, ਇਹ ਕੋਈ ਸੱਭਿਆਚਾਰਕ ਮੇਲੇ ਨਹੀਂ। ਸਮਾਜ ਜਿਹੜੇ ਆਮ ਪੰਜਾਬ ਦੇ ਹੁੰਦੇ ਆ, ਉਹਨਾਂ ਵਿੱਚ ਜਿਹੜੀਆਂ ਬਿਰਤੀਆਂ ਹੁੰਦੀਆਂ ਨੇ, ਉਹਦੇ ਧਾਰਮਿਕ ਜੋੜ ਮੇਲਿਆਂ ਵਿੱਚ ਜਿਹੜੀਆਂ ਬਿਰਤੀਆਂ ਹੁੰਦੀਆਂ ਨੇ, ਦੋਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਜਿਹੜਾ ਸੱਭਿਆਚਾਰਕ ਮੇਲੇ ਪੰਜਾਬ ਦੀ ਧਰਤੀ ਤੇ ਹੋਰ ਲਾਏ ਜਾਂਦੇ ਆ, ਜਿਹੜਾ ਗਲਤ ਸੱਭਿਆਚਾਰ ਲੋਕਾਂ ਨੂੰ ਸਿਖਾਇਆ ਜਾ ਰਿਹਾ, ਉਹਨਾਂ ਨੂੰ ਮੁਬਾਰਕ ਹੈ। ਜਿਹੜੇ ਧਾਰਮਿਕ ਜੋੜ ਮੇਲੇ ਹਨ, ਇਹਨਾਂ ਵਿੱਚ ਤਾਂ ਭਾਈ ਧਾਰਮਿਕ ਸੇਧ ਹੀ ਜਿਹੜੀ ਆ ਉਹ ਹਰ ਇੱਕ ਮਾਈ ਭਾਈ ਨੂੰ ਪ੍ਰਾਪਤ ਹੁੰਦੀ ਹੈ। ਕਲਗੀਧਰ ਪਾਤਸ਼ਾਹ ਉਦੋਂ ਵੀ ਕਹਿ ਰਹੇ ਨੇ, ਕਿਉਂਕਿ ਉਸ ਵੇਲੇ ਆਹ ਇੱਕ ਘਟਨਾ ਘਟੀ ਸੀ ਜੋ ਸਿੱਖਾਂ ਨੇ ਦੱਸੀ। ਮਹਾਰਾਜ ਇੱਦਾਂ ਪਹਿਲੀ ਵਾਰ ਵੇਖਿਆ ਸਿੱਖਾਂ ਨੇ
ਵੀ ਇਦਾਂ ਦੀ ਖੇਡ ਹੋਈ। ਮਹਾਰਾਜ ਜੀ ਕਹਿੰਦੇ ਮੇਲਿਆਂ ਵਿੱਚ ਸੰਗਤ ਜੀ ਅਕਸਰ ਕੁਝ ਇਦਾਂ ਦੀ ਬਿਰਤੀ ਦੇ ਲੋਕ ਹੁੰਦੇ ਨੇ, ਭਾੜੇ ਮਾੜੇ ਆਚਰਣ ਵਾਲੇ, ਜਿਹੜੇ ਆ ਕੇ ਵਿਕਾਰ ਚਿਤਵਦੇ ਨੇ। ਬਹੁਤ ਵਿਰਲੇ ਹੁੰਦੇ ਨੇ ਜਿਹੜੇ ਜੋੜ ਮੇਲਿਆਂ ਤੇ ਆ ਕੇ ਗੁਰਸਿੱਖਾਂ ਦੇ ਦਰਸ਼ਨ ਕਰਨ ਦੀ ਚਾਹਨਾ ਰੱਖਦੇ ਨੇ, ਸਤਿਪੁਰਸ਼ਾਂ ਦੇ ਦਰਸ਼ਨ ਕਰਨ ਦੀ ਚਾਹਨਾ ਰੱਖਦੇ ਨੇ, ਪੰਥ ਦੇ ਦਰਸ਼ਨ ਕਰਨ ਦੀ ਚਾਹਨਾ ਰੱਖਦੇ ਨੇ। ਵਿਰਲੇ ਲਾਹਾ ਪ੍ਰਾਪਤ ਕਰਦੇ ਨੇ, ਬਹੁਤੇ ਤਾਂ ਆਪਣਾ ਲਾਹਾ ਤੇ ਮੂਲ ਦੋਵੇਂ ਹੀ ਗਵਾ ਲੈਂਦੇ ਹਨ। ਗੁਰ ਸਿੱਖੋ ਇਮ ਸੁਨੋ ਪਛਾਨੋ, ਐ ਗੁਰੂ ਕੇ ਸਿੱਖੋ ਇਸ ਗੱਲ ਨੂੰ ਸੁਣੋ ਤੇ ਪਛਾਣੋ। ਸ਼੍ਰੀ ਮੁਖ ਵਾਕ ਤੂੰ ਇੱਕ ਰਸ ਜਾਨੋ, ਸਤਿਗੁਰੂ ਜੀ ਦੇ ਪਾਵਨ ਬਚਨ ਇੱਕ ਰਸ ਸੰਸਾਰ ਦੇ ਵਿੱਚ ਵਰਤ ਰਹੇ ਨੇ, ਜਾਣੋ। ਸ਼੍ਰੀ ਮੁਖ ਬਾਕ ਜਾ ਰਹਿਣਾ ਨਾਈ ਐਤ ਜਗ, ਤਾਂ ਕਾਇਤ ਗਾਰਬ ਹੰਡੀਐ। ਗੁਰੂ ਖਾਲਸਾ ਜੀ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਆ ਪੰਗਤੀ ਯਾਦ ਰੱਖਣੀ ਚਾਹੀਦੀ ਆ ਹਰ ਇੱਕ ਪ੍ਰਾਣੀ ਮਾਤਰ ਨੂੰ। ਜਦੋਂ ਕੋਈ ਜੋੜ ਮੇਲੇ ਚ ਆਵੇ, ਕਿਸੇ ਵੀ ਜਾਵੇ, ਆ ਪੰਗਤੀ ਯਾਦ ਹੋਣੀ ਚਾਹੀਦੀ ਹਰ ਇੱਕ ਸਿੱਖ ਦੇ ਹਿਰਦੇ ਵਿੱਚ ਕਿ ਜੇ ਮੈਂ ਇਸ ਜਗਤ ਵਿੱਚ ਰਹਿਣਾ ਹੀ ਨਹੀਂ ਤੇ ਫਿਰ ਮੈਂ ਕਿਉਂ ਹੰਕਾਰ ਦੇ ਵਿੱਚ, ਹੈਂਕੜ ਦੇ ਵਿੱਚ ਇਹ ਸੰਸਾਰ 'ਚ ਆਪਣਾ ਜੀਵਨ ਬਤੀਤ ਕਰਾਂ। ਜੇ ਰਹਿਣਾ ਹੋਵੇ ਸਮਾਜ ਵਿੱਚ, ਸੰਸਾਰ 'ਚ ਸदैਵੀ ਤੇ ਹੰਕਾਰ ਨਾਲ ਆਫਰੇ ਫਿਰੀਏ ਵੀ ਅਸੀਂ ਮਰਨਾ ਹੀ ਨਹੀਂ। ਜੇ ਮਰ ਜਾਣਾ, ਇੱਕ ਦਿਨ ਮੁੱਕ ਜਾਣਾ, ਸੰਸਾਰ ਤੋਂ ਚਲਿਆ ਜਾਣਾ, ਫਿਰ ਕਾਹਦਾ ਹੰਕਾਰ ਕਰਨਾ। ਚੌਪਈ ਜਿਨ ਲਿਵ ਲਾਗੀ ਹਿਰਦੇ ਅਨੁਰਾਗੇ, ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰੂ ਚਰਨਾਂ ਨਾਲ ਲਿਵ ਲੱਗੀ ਐ, ਉਹ ਸਤਿਗੁਰਾਂ ਦੇ ਪ੍ਰੇਮ ਰੰਗ ਦੇ ਵਿੱਚ ਰੰਗੇ ਰਹਿੰਦੇ ਹਨ। ਤਿਨ ਕੋ ਭਲਾ ਨਹੀਂ ਕਿਛ ਲਾਗੇ, ਉਹਨਾਂ ਨੂੰ ਸੰਸਾਰ ਦੇ ਜਿਹੜੇ ਮਾੜੇ ਕੰਮ ਨੇ ਭਲੇ ਨਹੀਂ ਲੱਗਦੇ। ਜਿਹੜੇ ਗੁਰਮੁਖ ਨੇ ਉਹ ਮੇਲਿਆਂ ਵਿੱਚ ਵੀ ਜਦੋਂ ਜਾਂਦੇ ਆ ਨਾ, ਉੱਥੇ ਵੀ ਉਹਨਾਂ ਅੰਦਰ ਵਿਰਾਗ ਦੀ ਬਿਰਤੀ ਹੁੰਦੀ ਹੈ। ਉਹ ਕਹਿੰਦੇ ਭਾਈ ਇਹ ਮੇਲੇ ਤਾਂ ਨਾਸ਼ਵਾਨ ਨੇ, ਇਹ ਤਾਂ ਬਿਨਸ ਜਾਣੇ ਨੇ। ਸਿੱਖ ਤੇ ਗੁਰੂ ਦਾ ਮੇਲ ਸਤ ਤੇ ਸदैਵੀ ਹੈ। ਮੁਕਰ ਸਮਾਨ ਗੁਰੂ ਦਰਬਾਰ, ਸੰਗਤ ਜੀ ਗੁਰੂ ਕਾ ਦਰਬਾਰ ਸ਼ੀਸ਼ੇ ਦੇ ਸਮਾਨ ਜਾਣੋ। ਜਿਵੇਂ ਸ਼ੀਸ਼ਾ ਹੁੰਦਾ ਨਾ, ਏਦਾਂ ਸਤਿਗੁਰਾਂ ਦਾ ਦਰਬਾਰ ਇੱਕ ਸ਼ੀਸ਼ੇ ਵਾਂਗੂ ਹੈ। ਨਿਰਮਲ ਸਦਾ ਬਹੀਨ ਵਿਕਾਰ, ਜਿਹੜਾ ਸਦਾ ਹੀ ਨਿਰਮਲ ਤੇ ਮੈਲ ਤੋਂ ਰਹਿਤ ਪਵਿੱਤਰ ਸ਼ੀਸ਼ਾ ਹੈ। ਆਪਣੋ ਮੁਖ ਕਰ ਦੇਖੇ ਜੈਸਾ, ਹੁਣ ਜੇ ਕੋਈ ਆਪਣਾ ਜਿਸ ਤਰ੍ਹਾਂ ਦਾ ਮੂੰਹ ਲੈ ਕੇ ਉਹਦੇ 'ਚ ਵੇਖੇਗਾ, ਉਦਾਂ ਦਾ ਉਹਨੂੰ ਨਜ਼ਰ ਆਵੇਗਾ। ਜੇ ਮੂੰਹ ਤੇ ਕਾਲਖ ਲਾ ਕੇ ਹੀ ਵੇਖਣਾ ਤੇ ਕਾਲਖ ਹੀ ਦਿਸਣੀ ਹੈ। ਪਾਪੀਆਂ ਨੇ ਜਿਹੋ ਜਿਹਾ ਆ ਕੇ ਵੇਖਣਾ ਉਹਨੂੰ ਉਦਾਂ ਦਾ ਦਿਸਣਾ। ਤੇ ਜਿਨ੍ਹਾਂ ਨੇ ਉਜਵਲ ਮੁਖ ਲੈ ਕੇ ਜਾਣਾ, ਚਿਹਰੇ ਮੋਹਰੇ ਤੇ ਦਾੜਾ ਪ੍ਰਕਾਸ਼, ਸ਼ੀਸ਼ ਤੇ ਦਸਤਾਰ, ਨੇਤਰਾਂ 'ਚ ਗੁਰਬਾਣੀ ਦੀ ਖੁਮਾਰੀ, ਤੇ ਜਦੋਂ ਇਹੋ ਜਿਹਾ ਚਿਹਰਾ ਲੈ ਕੇ ਗੁਰੂ ਦਰਬਾਰ ਦੇ ਸ਼ੀਸ਼ੇ ਵਿੱਚ ਵੇਖੋਗੇ ਤੇ ਉਦਾਂ ਦਾ ਦਿਸੇਗਾ। ਜਿਨ੍ਹਾਂ ਆਉਣਾ ਹੀ ਵਿਕਾਰੀ ਬੂਥੀ ਬਣਾ ਕੇ ਆ ਭੈੜੀ, ਉਹਨਾਂ ਨੂੰ ਉਦਾਂ ਦੀ ਨਜ਼ਰ ਆਉਣੀ। ਬਾਂਦਰਾਂ ਦੀਆਂ ਬੂਹਾਂ ਬਾਂਦਰਿਆਂ ਵਰਗੇ ਹੀ ਨਜ਼ਰ ਆਉਣੇ ਆ। ਤੇ ਜਿਹੜੇ ਗੁਰਸਿੱਖ ਗੁਰਮੁਖ ਨੇ, ਉਹਨਾਂ ਦੇ ਚਿਹਰੇ ਉਸੇ ਤਰ੍ਹਾਂ ਹੀ ਦਿਸਣੇ ਹਨ। ਕਰੇ ਦਿਖਾਵਨ ਤਿਸ ਕੋ ਤੈਸਾ, ਸਤਿਗੁਰੂ ਜੀ ਤਾਂ ਸ਼ੀਸ਼ੇ ਵਾਂਗੂ ਨੂੰ, ਜਿੱਦਾਂ ਦਾ ਕੋਈ ਮੂੰਹ ਲੈ ਕੇ ਆਉਂਦਾ ਉਹਨੂੰ ਉਦਾਂ ਦਾ ਹੀ ਵਿਖਾ ਦਿੰਦੇ ਆ, ਉਹਨੂੰ ਉਦਾਂ ਹੀ ਆਪਣਾ ਸਰੂਪ ਵਿਖਾ ਦਿੰਦੇ ਹਨ। ਹਰਖ ਸੋਗ ਸ਼ੀਸ਼ੇ ਨੈ ਜਥਾ, ਸ਼ੀਸ਼ੇ ਨੂੰ ਹਰਖ ਸੋਗ ਕੋਈ ਨਹੀਂ। ਸ਼ੀਸ਼ੇ ਦੀ ਸਿਹਤ ਤੇ ਕੋਈ ਅਸਰ ਨਹੀਂ। ਕੋਈ ਉੱਥੇ ਬਾਂਦਰ ਵਰਗੀ ਬੂਥੀ ਬਣਾ ਕੇ ਵੇਖੇ ਤੇ ਭਾਵੇਂ ਬੰਦਿਆਂ ਵਰਗੀ, ਸ਼ੀਸ਼ੇ ਨੂੰ ਤਾਂ ਕੋਈ ਲੇਸ਼ ਨਹੀਂ। ਸ਼ੀਸ਼ੇ ਨੇ ਤਾਂ ਉਦਾਂ ਹੀ ਰਿਫਲੈਕਸ਼ਨ ਕਰ ਦੇਣਾ ਜਿੱਦਾਂ ਦਾ ਵੇਖੋਗੇ। ਸ਼ੀਸ਼ੇ ਨੂੰ ਕੋਈ ਹਰਖ ਸੋਗ ਨਹੀਂ। ਗੁਰ ਸਤਪੁਰਖ ਚੱਲਣ ਹੈ ਤਥਾ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਚੱਲਣ ਵੀ ਇਸੇ ਤਰ੍ਹਾਂ ਦਾ ਹੈ। ਜਿਹੋ ਜੀ ਕੋਈ ਭਾਵਨਾ ਲੈ ਕੇ ਆਉਂਦਾ ਉਹਨੂੰ ਉਦਾਂ ਦਾ ਫਲ ਮਿਲ ਜਾਂਦਾ। ਸਤਿਗੁਰੂ ਜੀ ਬੇਪਰਵਾਹੀ ਦੇ ਰੰਗ ਵਿੱਚ ਹਰਖ ਸੋਗ ਤੋਂ ਰਹਿਤ ਹਨ। ਸੇਵਾ ਕਰੇ ਜਾਨ ਕਰ ਜਸ ਜਸ, ਜਿਸ ਤਰ੍ਹਾਂ ਦੀ ਭਾਵਨਾ ਰੱਖ ਕੇ ਕੋਈ ਜੈਸੀ ਸੇਵਾ ਕਰਦਾ ਹੈ, ਪੂਰਾ ਭਾਵ ਹੋਤ ਹੈ ਤਸ ਤਸ, ਉਹਦਾ ਭਾਵ ਉਸੇ ਤਰ੍ਹਾਂ ਦਾ ਪੂਰਾ ਹੁੰਦਾ ਹੈ। ਤਉ ਜਾਣੀਐ ਹਿਰਦੇ ਵਿੱਚ, ਤਉ ਜਾਣੀਐ ਹਿਰਦੇ ਵਿਚਾਰ। ਪਰ ਇੱਕ ਗੱਲ ਸੰਗਤ ਜੀ ਤੁਸੀਂ ਇਹ ਵਿਚਾਰ ਲਓ ਆਪਣੇ ਹਿਰਦੇ 'ਚ ਜੋ ਤੁਹਾਨੂੰ ਦਸੀਏ। ਮਗ ਹਿੰਦੂਆਂ ਵੱਢ ਗਏ ਵਿਕਾਰ, ਕਿ ਹਿੰਦੂ ਧਰਮ ਦੇ ਜਿਹੜੇ ਜੋੜ ਮੇਲੇ ਹੁੰਦੇ ਆ, ਤੀਰਥਾਂ ਤੇ ਅਨੇਕ ਪ੍ਰਕਾਰ ਦੇ ਜੋੜ ਮੇਲੇ ਹੁੰਦੇ, ਮੇਲੇ ਲੱਗਦੇ ਨੇ। ਜੇ ਤੁਰ ਕਨ ਮੈਂ ਪਏ ਬਡੇਰੇ, ਉਹਨਾਂ ਵਿੱਚ ਕਾਫੀ ਵਿਗਾੜ ਪੈਦਾ ਹੋ ਚੁੱਕੇ ਨੇ। ਹਿੰਦੂ ਧਰਮ ਦੇ ਵੀਰਾਂ ਦੇ ਜਿਹੜੇ ਮੇਲੇ ਲੱਗਦੇ ਆ, ਉੱਥੇ ਵਿਗਾੜ ਪੈਦਾ ਹੋ ਗਏ ਨੇ।
ਜਿਵੇਂ ਮਹਾਰਾਜ ਜੀ ਕਪਾਲ ਮੋਚਨ ਗਏ ਸੀ, ਪਿੱਛੇ ਕਥਾ ਆਈ ਹੈ, ਉੱਥੇ ਤੀਰਥ, ਹਾਲਾਂਕਿ ਉਹ ਕਪਾਲ ਮੋਚਨ ਪਵਿੱਤਰ ਤੀਰਥ ਹੈ, ਲੋਕ ਉਸੇ ਸਰੋਵਰ ਦੇ ਕੰਢੇ ਤੇ ਮਲ ਮੂਤਰ ਤਿਆਗੀ ਜਾਂਦੇ ਸੀ। ਕਲਗੀਧਰ ਨੇ ਆਖਿਆ ਨਾਲੇ ਪਵਿੱਤਰ ਜਾਣ ਕੇ ਇਸ਼ਨਾਨ ਕਰਦੇ ਹੋ, ਨਾਲੇ ਕੰਢੇ ਦੇ ਉੱਤੇ ਹੀ ਮਲ ਮੂਤਰ ਤਿਆਗੀ ਜਾਂਦੇ ਹੋ। ਤੀਰਥਾਂ ਦੀ ਪਵਿੱਤਰਤਾ ਦਾ ਖਿਆਲ, ਕਹਿੰਦੇ ਇਹਨਾਂ ਨੇ ਕੁਝ ਵਿਗਾੜ ਪੈਦਾ ਕਰ ਦਿੱਤੇ, ਇਹਨਾਂ ਵਿੱਚ ਕੁਝ ਭ੍ਰਿਸ਼ਟ ਲੋਕਾਂ ਨੇ। ਜਿਹੜੇ ਮੁਸਲਮਾਨਾਂ ਦੇ ਜੋੜ ਮੇਲੇ ਹੁੰਦੇ ਆ, ਉਹ ਵੀ ਜੋੜ ਮੇਲੇ ਮਨਾਉਂਦੇ ਆ, ਉਹ ਕੁਝ ਇਸ ਢੰਗ ਨਾਲ ਮਨਾਉਂਦੇ ਹਨ। ਮਾਰਗ ਗਏ ਸੁਧਾਰ ਅਛੇਰੇ, ਉਹਨਾਂ ਨੇ ਆਪਣੇ ਮੇਲਿਆਂ ਨੂੰ ਕੁਝ ਇਸ ਪ੍ਰਕਾਰ ਨਾਲ ਸੁਧਾਰਿਆ ਹੋਇਆ ਹੈ। ਪੀਰ ਫਕੀਰ ਦਿਵਸ ਜਬ ਆਵੇ, ਉਹਨਾਂ ਦੇ ਜਦੋਂ ਪੀਰਾਂ ਫਕੀਰਾਂ ਦਾ ਕੋਈ ਦਿਨ ਆਉਂਦਾ ਜਾਂ ਕਿਸੇ ਪ੍ਰਕਾਰ ਦੇ ਉਹਨਾਂ ਦੇ ਮੇਲੇ ਆਉਂਦੇ ਹਨ, ਰੁਦਨ ਕਰਤ ਬੈਰਾਗ ਉਪਾਵੇ, ਉਹ ਰੁਦਨ ਕਰਦੇ ਨੇ, ਵਿਰਾਗ ਕਰਦੇ ਨੇ, ਐਸਾ ਪ੍ਰਕਾਰ ਦੇ ਨਾਲ ਉਹ ਵਿਰਾਗ ਵਾਲੇ ਰਾਹ ਤੇ ਚੱਲਦੇ ਹਨ। ਮਿਲ ਕਰ ਕਹਿਤ ਜੋ ਵੱਡੇ ਹਮਾਰੇ, ਉਹ ਸਾਰੇ ਰਲ ਕੇ ਕਹਿੰਦੇ ਨੇ ਵੀ ਜਿਹੜੇ ਸਾਡੇ ਵੱਡੇ ਹਨ, ਜਿਸ ਬਿਦ ਕਰ ਸ਼ੁਭ ਕਰਮ ਸਿਧਾਰੇ, ਜਿਸ ਤਰ੍ਹਾਂ ਦੇ ਸ਼ੁਭ ਕਰਮ ਕਰਕੇ ਉਹ ਗਏ ਨੇ ਸੰਸਾਰ ਤੋਂ, ਸੋ ਹਮ ਤੇ ਬਨ ਆਵਤ ਨਾਹੀ। ਉਹ ਰੋਂਦੇ ਨੇ ਇਸ ਕਰਕੇ ਵੀ ਸਾਡੇ ਕੋਲੋਂ ਨਹੀਂ ਉਹ ਹੋ ਸਕਦੇ ਜੋ ਸਾਡੇ ਵੱਡੇ ਕਰ ਗਏ ਨੇ, ਅਸੀਂ ਨਹੀਂ ਉਹ ਕਰ ਸਕੇ, ਏਦਾਂ ਜਾਣ ਕੇ ਉਹ ਰੋਂਦੇ ਹਨ। ਗਾਫਲ ਸਦਾ ਖੁਦੀ ਮਨ ਮਾਈ, ਅਸੀਂ ਗਾਫਲ ਹਾਂ ਤੇ ਖੁਦੀ ਦੇ ਵਿੱਚ ਰਹਿਣ ਵਾਲੇ ਹਾਂ। ਯਾ ਖੁਦਾਏ ਹਮ ਤੋਏ ਪਨਾਏ, ਉਹ ਨਾਲੇ ਰੋਂਦੇ ਕੁਰਲਾਉਂਦੇ ਵਿਰਾਗ ਵਿੱਚ ਆ ਕੇ ਸਰੀਰ ਤੇ ਦੁਹੱਥੜੇ ਮਾਰ ਕੇ ਕਹਿੰਦੇ ਖੁਦਾ ਸਾਡੀਆਂ ਭੁੱਲਾਂ, ਸਾਡੇ ਗੁਨਾਹ ਬਖਸ਼ ਲੈ, ਰਾਖ ਲੀਜੀਏ ਬਖਸ਼ ਗੁਨਾਏ, ਸਾਡੇ ਗੁਨਾਹ ਬਖਸ਼ ਕੇ ਸਾਨੂੰ ਰੱਖ ਲਓ। ਹਿੰਦੂਆਂ ਕੇ ਦਿਨ ਹੋਲੀ ਦੀਵਾਲੀ, ਹੁਣ ਜਦੋਂ ਹਿੰਦੂ ਵੀਰਾਂ ਦੇ ਜੋੜ ਮੇਲੇ ਆਉਂਦੇ ਆ, ਦੀਵਾਲੀ ਆਵੇ, ਹੋਲੀ ਆਵੇ, ਉਦੋਂ ਕੀ ਹੁੰਦਾ? ਦੀਵਾਲੀ ਦੇ ਉੱਤੇ ਰੱਜ ਕੇ ਜੂਆ ਖੇਡਣਾ। ਦੱਸੋ ਵੀ ਇਹ ਚੰਗੀ ਰੀਤ ਹੈ? ਨਾਲੇ ਕਹਿੰਦੇ ਬੜਾ ਪਵਿੱਤਰ ਦਿਨ ਹੈ, ਸ਼੍ਰੀ ਰਾਮ ਜੀ ਆਏ ਅਯੁੱਧਿਆ ਤੋਂ, ਤੇ ਉਸੇ ਦਿਨ ਦੀਵਾਲੀ ਵਾਲੇ ਦਿਨ ਜੂਏਬਾਜ਼ੀਆਂ ਕਰਨੀਆਂ, ਭੈੜੇ ਨਸ਼ਿਆਂ ਦਾ ਸੇਵਨ ਕਰਨਾ। ਉਹਨਾਂ ਨੇ ਮੇਲਿਆਂ ਦੇ ਰੂਪ ਰੰਗ ਬਦਲ ਦਿੱਤੇ। ਉਹਨਾਂ ਜੋੜ ਮੇਲਿਆਂ ਦੀ ਰੂਪ ਰੇਖਾ, ਹੋਲੀ ਆਉਂਦੀ ਆ, ਹੋਲੀ ਵਾਲੇ ਦਿਨ ਸ਼ਰਾਬਾਂ ਪੀਣੀਆਂ, ਨਸ਼ਿਆਂ ਦਾ ਸੇਵਨ ਕਰਨਾ, ਔਰ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ, ਰੰਗ ਪਾਣ ਦੀ ਬਜਾਏ ਚਿੱਕੜ ਸੁੱਟਣਾ, ਧੀਆਂ ਭੈਣਾਂ ਦੇ ਉੱਤੇ ਚੁੱਕ ਕੇ ਪਿਚਕਾਰੀਆਂ ਦੇ ਰੰਗ ਪਾਉਣੇ, ਇਦਾਂ ਦੀਆਂ ਕੁਰੀਤੀਆਂ ਜਿਹੜੀਆਂ ਮਹਾਰਾਜ ਜੀ ਕਹਿੰਦੇ ਉਹਨਾਂ ਵਿੱਚ ਆ ਗਈਆਂ। ਸਤਿਗੁਰੂ ਜੀ ਨੇ ਵੀ ਦੀਪਮਾਲਾ ਦਾ ਜੋੜ ਮੇਲਾ ਖਾਲਸੇ ਨੂੰ ਦਿੱਤਾ ਹੈ, ਹੋਲੀ ਤੋਂ ਹੋਲੇ ਦਾ ਜੋੜ ਮੇਲਾ ਸਾਨੂੰ ਵੱਖਰਾ ਦਿੱਤਾ ਹੈ, ਪਰ ਸਾਡੇ ਜੋੜ ਮੇਲਿਆਂ ਦੇ ਵਿੱਚ ਗੁਰਦੇਵ ਨੇ ਧਰਮ ਦਾ ਮਿਸ਼ਰਣ ਕਰਕੇ ਗੁਰਬਾਣੀ ਨੂੰ ਪੜ੍ਹਦਿਆਂ ਸੁਣਦਿਆਂ ਸਹੀ ਢੰਗ ਦੇ ਨਾਲ, ਸੁਹਿਰਦ ਭਾਵ ਦੇ ਨਾਲ, ਇਨਸਾਨਾਂ ਵਾਂਗੂ ਉਹ ਜੋੜ ਮੇਲੇ ਮਨਾਏ ਜਾਂਦੇ ਹਨ। ਮਹਾਰਾਜ ਜੀ ਕਹਿੰਦੇ ਇੱਥੇ ਗੁਰਦੇਵ ਕਿਸੇ ਦੇ ਵਿਰੋਧ 'ਚ ਨਹੀਂ ਕਹਿ ਰਹੇ। ਪਾਤਸ਼ਾਹ ਜਿਹੜੀ ਵਰਤਾਰਾ ਵਰਤ ਰਿਹਾ ਹੈ, ਉਹ ਵਰਤਾਰਾ ਉਦੋਂ ਅੱਜ ਵੀ ਤਾਂ ਵਰਤਦਾ, ਹੁਣ ਵੀ ਵੇਖਦੇ ਹੀ ਆ। ਆਹ ਹੋਲੀ ਦੇ ਦਿਨਾਂ ਦੇ ਵਿੱਚ ਕੀ ਹੁੰਦਾ, ਜਦੋਂ ਦੀਪਮਾਲਾ ਹੁੰਦੀ ਹੈ, ਪਵਿੱਤਰ ਦਿਨ ਕਹਿ ਕੇ ਵੀ ਮਹਾਲਕਸ਼ਮੀ ਪੂਜਾ ਦਾ ਦਿਨ ਹੈ, ਨਾਲੇ ਅਯੁੱਧਿਆ ਵਿੱਚ ਸ਼੍ਰੀ ਰਾਮ ਜੀ ਆਏ ਦਿਨ ਜਾਣ ਕੇ ਲੋਕ ਉਸੇ ਦਿਨ ਜੂਆ ਖੇਡਦੇ ਨੇ, ਉਸੇ ਦਿਨ ਸ਼ਰਾਬਾਂ ਪੀ ਕੇ ਮਾੜੇ ਭੈੜੇ ਨਸ਼ਿਆਂ ਦਾ ਸੇਵਨ ਕਰਕੇ ਆਪਸ ਵਿਰਲੇ ਬੰਦੇ ਆ ਜਿਹੜੇ ਉਹਨਾਂ ਜੋੜ ਮੇਲਿਆਂ ਨੂੰ ਸਹੀ ਦਿਸ਼ਾ ਨਾਲ ਮਨਾਉਂਦੇ ਆ। ਨਹੀਂ ਤਾਂ ਭੱਦੇ ਤਰੀਕਿਆਂ ਦੇ ਨਾਲ ਉਹਨਾਂ ਮੇਲਿਆਂ ਦੀ ਰੂਪ ਰੇਖਾ ਜਿਹੜੀ ਹੈ ਉਹ ਵਿਗਾੜ ਕੇ ਰੱਖ ਦਿੱਤੀ। ਜਿਵੇਂ ਮਹਾਂਪੁਰਸ਼ਾਂ ਰਿਸ਼ੀਆਂ ਮੁਨੀਆਂ ਨੇ ਉਹ ਮੇਲਿਆਂ ਦੀ ਪਰੰਪਰਾ ਚਲਾਈ ਸੀ, ਬੜੇ ਸ਼ੁੱਧ ਢੰਗ ਨਾਲ, ਸ਼ੁੱਧ ਤਰੀਕੇ ਨਾਲ, ਉਹਨੂੰ ਵਿਗਾੜ ਕੇ ਉਹਦਾ ਰੂਪ ਤਬਦੀਲ ਕਰ ਦਿੱਤਾ ਹੈ। ਇਤਿਆਦਿਕ ਦਿਨ ਚਲੇ ਕੁਚਾਲੀ, ਏਦਾਂ ਜਿਹੜੇ ਜੋੜ ਮੇਲਿਆਂ ਦੇ ਦਿਨ ਹੁੰਦੇ ਆ, ਟੇਢੇ ਚਾਲ ਚਲਨ ਕੀਤੇ ਜਾਂਦੇ ਆ ਉਸ ਵੇਲੇ। ਬਿਨਾ ਲਾਜ ਤੇ ਹੋਏ ਨਰ ਨਾਰੀ, ਨਿਰਲੱਜ ਹੋ ਕੇ ਨਰ ਨਾਰੀਆਂ ਜਿਹੜੇ ਨੇ ਉਹ ਹੋਲੀ ਆਦਿਕ ਦੇ ਜਿਹੜੇ ਦਿਨਾਂ ਦੇ ਵਿੱਚ ਏਦਾਂ ਦੇ ਕੁਕਰਮ ਕਰਦੇ ਹਨ। ਕਰੇ ਖਰਾਬਾ ਕਾਢਤ ਗਾਰੀ, ਖਰਾਬਾ ਕਰਦੇ ਨੇ, ਗਾਲਾਂ ਕੱਢਦੇ ਆ, ਬਦ ਸ਼ਬਦ ਜਿਹੜੇ ਨੇ ਜ਼ੁਬਾਨ ਤੋਂ ਇੱਕ ਦੂਜੇ ਨੂੰ ਬੋਲਦੇ ਨੇ ਹੋਲੀ ਦੇ ਦਿਨਾਂ ਵਿੱਚ। ਸਿੱਖੋ ਸੁਨੋ ਬਾਤ ਏ ਸਾਰ, ਐ ਗੁਰਸਿੱਖੋ ਮੈਂ ਤੁਹਾਨੂੰ ਸਾਰੀਆਂ ਗੱਲਾਂ ਦਾ ਨਿਚੋੜ ਦੱਸ ਦਿਆਂ, ਧਿਆਨ ਨਾਲ ਸੁਣੋ ਤੁਸੀਂ ਸਾਰੇ। ਜਿਨੋ ਬੰਦਗੀ ਕੀਏ ਕਰਤਾਰ, ਜਿਨ੍ਹਾਂ ਨੇ ਕਰਤਾਰ ਦੀ ਬੰਦਗੀ ਕੀਤੀ ਹੈ,
ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਆ, ਉਹ ਭਾਵੇਂ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ ਤੇ ਭਾਵੇਂ ਸਿੱਖ ਹੋਵੇ, ਹਲਤ ਪਲਤ ਸੇ ਸੁਖੀ ਬਡੇਰੇ। ਉਹ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਸੁਖੀ ਹੁੰਦੇ ਨੇ ਭਾਈ। ਜਿਨ੍ਹਾਂ ਬੰਦਗੀ ਕੀਤੀ ਹੈ, ਜਿਨ੍ਹਾਂ ਨੇ ਮੇਲਿਆਂ ਦੇ ਬਹਾਨੇ ਬਦ ਫੈਲੀਆਂ ਕੀਤੀਆਂ ਨੇ, ਉਹ ਇੱਥੇ ਵੀ ਨਰਕ ਭੋਗਦੇ, ਅੱਗੇ ਵੀ ਨਰਕ ਹੀ ਭੋਗਦੇ ਹਨ। ਜਿਹੜੇ ਉਹਨਾਂ ਜੋੜ ਮੇਲਿਆਂ ਦਾ ਸਹੀ ਲਾਭ ਲੈਂਦੇ ਆ ਭਜਨ ਕਰਕੇ, ਪਰਮੇਸ਼ਰ ਦੀ ਬੰਦਗੀ ਕਰਕੇ, ਉਹ ਭਾਵੇਂ ਮੁਸਲਮਾਨ ਨੇ, ਸਿੱਖ ਨੇ, ਭਾਵੇਂ ਹਿੰਦੂ ਨੇ ਭਾਈ, ਜਿਹੜੇ ਬੰਦਗੀ ਕਰਦੇ ਆ ਕਰਤਾਰ ਦੀ, ਉਹ ਪਰਲੋਕ ਵਿੱਚ ਸੁੱਖ ਮਾਣਦੇ ਹਨ। ਜੀਤ ਗਏ ਭਵ ਜਲ ਨੇ ਫੇਰੇ। ਉਹ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਲੈਂਦੇ ਆ, ਮੁੜ ਕੇ ਉਹਨਾਂ ਨੂੰ ਭਵਜਲ ਚ ਸੰਸਾਰ ਦੇ ਵਿੱਚ ਫੇਰਾ ਨਹੀਂ ਪਾਉਣਾ ਪੈਂਦਾ। ਬਿਨਾ ਬੰਦਗੀ ਜੇ ਨਰ ਹੋਰ। ਜਿਹੜੇ ਬਿਨਾ ਬੰਦਗੀ ਤੋਂ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਤੋਂ ਵਿਹੂਣੇ ਲੋਕ ਹਨ, ਨਿਜ ਨਿਜ ਸ਼ਰਾ ਬੰਦੇ ਜਿਮ ਚੋਰ। ਉਹ ਆਪੋ ਆਪਣੀ ਸ਼ਰ੍ਹਾ ਦੀਆਂ ਫਾਹੀਆਂ ਵਿੱਚ ਏਦਾਂ ਬੰਨੇ ਹੋਏ ਨੇ ਜਿਵੇਂ ਕੋਈ ਚੋਰ ਬੰਨਿਆ ਹੁੰਦਾ। ਜਿਮ ਪਸ਼ੂ ਬੰਦਿਓ ਦਿਵਸ ਬਿਤਾਵੇ। ਜਿਵੇਂ ਕੋਈ ਪਸ਼ੂ ਬੰਨਿਆ ਹੋਇਆ ਰਾਤ ਦਿਨ ਉਸੇ ਕਿੱਲੇ ਦੇ ਉੱਤੇ ਹੀ ਬਤੀਤ ਕਰਦਾ। ਜਨਮ ਮਰਨ ਬੰਦੇ ਤਿਮ ਪਾਵੇ। ਜਿਹੜੇ ਆਪਣੀ ਸ਼ਰਈ ਰੀਤੀਆਂ ਦੇ ਵਿੱਚ ਹੀ ਬੰਨੇ ਹੋਏ ਪਰਮੇਸ਼ਰ ਦੀ ਭਗਤੀ ਨਹੀਂ ਕਰਦੇ, ਕਹਿੰਦੇ ਉਹ ਜਨਮ ਮਰਨ ਦੇ ਬੰਧਨਾਂ ਵਿੱਚ ਪਏ ਹੋਏ ਉਸ ਪਸ਼ੂ ਵਾਂਗੂ ਹੀ ਬੰਨੇ ਹੋਏ ਜਨਮ ਮਰਨ ਚ ਭਟਕਦੇ ਰਹਿੰਦੇ ਹਨ। ਕਰਨੀ ਬਿਨਾ ਤਰੇ ਨੈ ਕੋ। ਭਾਈ ਕਰਨੀ ਬਿਨਾ ਨਹੀਂ ਕਿਸੇ ਨੇ ਤਰਨਾ, ਭਾਵੇਂ ਕੋਈ ਮੁਸਲਮਾਨ ਹੈ, ਹਿੰਦੂ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਬਚਨ ਕਹੇ ਨੇ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਕਰਨੀ ਖਾਲੀ ਜਾਏ ਨ ਸੋਊ। ਹੇ ਭਾਈ, ਜਿਹੜਾ ਕਰਨੀ ਹੈ, ਕਰਨੀ ਕਰਨ ਵਾਲਾ, ਉਹ ਖਾਲੀ ਨਹੀਂ ਜਾਂਦਾ ਸੰਸਾਰ ਚੋਂ। ਉਹ ਕਰਨੀ ਵਾਲਾ ਸ਼ੁਭ ਅਮਲਾਂ ਨੂੰ ਨਾਲ ਲੈ ਕੇ ਸੰਸਾਰ ਤੋਂ ਜਾਂਦਾ ਹੈ। ਧਰ ਧਰ ਬੇਖ ਦੇਤੀ ਉਪਦੇਸ਼। ਅਨੇਕ ਪ੍ਰਕਾਰ ਦੇ ਭੇਖ ਬਣਾ ਕੇ ਲੋਕ ਉਪਦੇਸ਼ ਦਿੰਦੇ ਨੇ। ਬਿਨ ਕਰਨੀ ਦੁੱਖ ਪਾਏ ਵਿਸ਼ੇਸ਼। ਬਾਹਰੋਂ ਭੇਸ ਬਣਾਇਆ ਪਰ ਕਰਨੀ ਕੋਈ ਨਹੀਂ, ਤੇ ਕਰਨੀ ਬਿਨਾ ਉਹਨਾਂ ਨੂੰ ਦੁੱਖ ਹੀ ਦੁੱਖ ਪ੍ਰਾਪਤ ਹੁੰਦੇ ਨੇ। ਹਸੰਦਿਆਂ ਟਪੰਦਿਆਂ ਸਵਾਂਗ ਬਣਾਏ। ਰਾਸਾਂ ਕਰਦੇ ਨੇ, ਹੱਸਦਿਆਂ ਟੱਪਦਿਆਂ ਕਈ ਤਰ੍ਹਾਂ ਦੇ ਸਵਾਂਗ ਬਣਾਉਂਦੇ ਹਨ, ਔਰ ਉਹ ਸਵਾਂਗ ਬਣਾਉਂਦੇ ਵੀ ਮੰਦ ਕਰਮ ਕਰਦੇ ਹਨ। ਪਰਮੇਸ਼ਰ ਰੀਜੇ ਨ ਕਦਾਏ। ਏਦਾਂ ਵੀ ਪਰਮੇਸ਼ਰ ਨਹੀਂ ਰੀਝਦਾ। ਰਾਸ ਦੀ ਜਿਹੜੀ ਸਰੂਪ ਰੇਖਾ ਉਹ ਵੀ ਬਦਲ ਕੇ ਰੱਖ ਦਿੱਤੀ ਨਾ ਲੋਕਾਂ ਨੇ। ਮਰ ਮਰ ਲੋਕ ਬੋਰ ਪਛਤਾਵੇ। ਜਿਹੜੇ ਰਾਸ ਦੇ ਨਾਂ ਦੇ ਉੱਤੇ ਵਿਕਰਮ ਕਰਦੇ ਨੇ, ਕੋਝੇ ਕਰਮ ਕਰਦੇ ਐ, ਉਹ ਮਰ ਮਰ ਕੇ ਇਸ ਲੋਕ ਸੰਸਾਰ ਦੇ ਵਿੱਚੋਂ ਜਾਂਦੇ ਨੇ ਤੇ ਉਹਨਾਂ ਦੇ ਪੱਲੇ ਕੇਵਲ ਪਛਤਾਵਾ ਹੀ ਰਹਿ ਜਾਂਦਾ ਹੈ। ਫਸ ਵਿਸ਼ਿਅਨ ਮੈਂ ਬੈਸ ਬਿਤਾਵੇ। ਵਿਸ਼ਿਆਂ ਵਿਕਾਰਾਂ ਵਿੱਚ ਫਸ ਕੇ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ। ਪਰੇ ਆਨ ਸਿਰ ਪਰ ਜਬ ਭਾਰੀ। ਜਦੋਂ ਸਿਰ ਦੇ ਉੱਤੇ ਆ ਕੇ ਦੰਡ ਵੱਜਦਾ ਹੈ, ਤਬ ਜਾਣेंगे ਅੰਧ ਇਹਨਾਂ ਗਵਾਰੀ। ਅੰਨੇ ਗਵਾਰਾਂ ਨੂੰ ਫਿਰ ਪਤਾ ਲੱਗੇਗਾ ਵੀ ਅਸੀਂ ਕੀ ਕੀਤਾ, ਕੀ ਕਰਨਾ ਚਾਹੀਦਾ ਸੀ। ਰਾਮ ਕ੍ਰਿਸ਼ਨ ਪੀਤਾਰੇ ਤਬੇ। ਭਗਵਾਨ ਰਾਮ ਕ੍ਰਿਸ਼ਨ ਤੇ ਰਾਮ ਜੀ ਔਰ ਭਗਵਾਨ ਕ੍ਰਿਸ਼ਨ ਜੀ ਅਵਤਾਰੀ ਪੁਰਸ਼ ਨੇ, ਇਹ ਵੀ ਤਾਂ ਤਾਰਨਗੇ, ਅਵਤਾਰ ਨੇ, ਪਰ ਇਹ ਵੀ ਤਾਂ ਤਾਰਨਗੇ ਨਾ ਲੋਕਾਂ ਨੂੰ, ਇਹਨਾਂ ਨੂੰ ਮੰਨਣ ਵਾਲਿਆਂ ਨੂੰ। ਆਪਣੋ ਆਪ ਸਮਝੇ ਜਬੇ। ਜਦੋਂ ਲੋਕ ਆਪਣਾ ਆਪ ਸਮਝਣਗੇ ਸਾਨੂੰ ਕੀ ਕਰ, ਹੁਣ ਕਰਮ ਮਾੜੇ ਕਰਨ ਤੇ ਫਿਰ ਆਖਣ ਜੀ ਸਾਨੂੰ ਰਾਮ ਜੀ ਕ੍ਰਿਸ਼ਨ ਜੀ ਤਾਰ ਦੇਣ, ਏਦਾਂ ਥੋੜੀ ਹੈ। ਜੇ ਕਰਮ ਨਹੀਂ ਚੰਗੇ ਕੀਤੇ ਤੇ ਫਿਰ ਉਹਨਾਂ ਨੇ ਵੀ ਨਹੀਂ ਤਾਰਨਾ, ਉਹ ਵੀ ਤਾਂ ਹੀ ਤਾਰਨਗੇ ਜੇ ਆਪਣਾ ਆਪ ਪਛਾਣਨਗੇ। ਪੂਜਾ ਧਰਮ ਅਨੇਕ ਪ੍ਰਕਾਰ। ਅਨੇਕਾਂ ਪ੍ਰਕਾਰ ਦੀ ਪੂਜਾ ਧਰਮ ਕੀਤੇ ਜਾਂਦੇ ਹਨ। ਪਵਸੀ ਥਾਏ ਤਬੇ ਨਿਸਤਾਰਾ। ਉਹ ਵੀ ਤਾਂ ਹੀ ਸ੍ਰੇਸ਼ਟ ਹੋਵੇਗਾ ਜੇ ਭਾਈ ਪਰਮੇਸ਼ਰ ਦੇ ਕਰਤਾਰ ਦੇ ਭਜਨ ਵਿੱਚ ਰੰਗੇ ਹੋਵੋਗੇ, ਤਾਂ ਉਹ ਤਾਰਨਗੇ। ਜਾਂ ਤੇ ਸਤ ਨਾਮ ਕੋ ਸਿਮਰਨ। ਇਸ ਕਰਕੇ ਗੁਰਸਿੱਖੋ ਸੱਚੇ ਨਾਮ ਦਾ ਸਿਮਰਨ ਕਰਨਾ। ਲਿਵ ਲਗਾਏ ਕਰ ਠਾਨੇ ਨਿਸ ਦਿਨ। ਲਿਵ ਲਾ ਕੇ ਰਾਤ ਦਿਨ ਪਰਮੇਸ਼ਰ ਦਾ ਭਜਨ ਕਰਨਾ ਹੈ। ਵਹਿਰ ਕਿਰਿਆ ਸਭ ਕੈਸੀ ਕਰੇ। ਬਾਹਰ ਦੀ ਕਿਰਿਆ ਕੋਈ ਭਾਵੇਂ ਜੈਸੀ ਵੀ ਕਰਦਾ ਹੋਵੇ, ਅੰਤਰ ਸਦਾ ਨਾਮ ਹਰ ਤਰੇ। ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਾਏ ਤੇ ਸੰਸਾਰ ਤੋਂ ਤਰੇਗਾ। ਜਾਣੇ ਪਰਮੇਸ਼ਰ ਕੋ ਮੀਤ। ਇਹ ਜਾਣੇ ਪਰਮੇਸ਼ਰ ਮੇਰਾ ਮਿੱਤਰ ਹੈ। ਕਰੇ ਜੋ ਤਿਸ ਪਿਖ ਹਰਖੇ ਚੀਤ। ਜੋ ਪਰਮੇਸ਼ਰ ਕਰੇ ਉਹਨੂੰ ਵੇਖ ਕੇ ਖੁਸ਼ ਰਹੇ, ਖੇੜੇ ਵਿੱਚ ਰਹੇ। ਪਾਣਾ ਮਾਨੇ
ਰਹੇ ਆਨੰਦ। ਆਖੇ ਜੋ ਤੁਧ ਭਾਵੈ ਸਾਈ ਭਲੀ ਕਾ, ਜੋ ਤੈਨੂੰ ਭਾਵੇ ਮੈਨੂੰ ਇਹੀ ਭਲਾ ਹੈ। ਤਨ ਹੰਤਾ ਨਿਤ ਕਰੇ ਨਿਕੰਦ। ਸਰੀਰ ਦੀ ਹੰਗਤਾ ਦਾ ਤਿਆਗ ਕਰ ਦੇਵੇ। ਮਨ ਟਿਕ ਜਾਏ ਨਾਮ ਪਰ ਜਬੇ। ਕਹਿੰਦੇ ਜਦੋਂ ਮਨ ਪਰਮੇਸ਼ਰ ਦੇ ਨਾਮ ਦੇ ਉੱਤੇ ਟਿਕ ਜਾਂਦਾ ਹੈ, ਪ੍ਰਭੂ ਸਹਾਇਕ ਹੋਵੇ ਤਬੇ। ਵਾਹਿਗੁਰੂ ਫਿਰ ਉਹਨਾਂ ਦੀ ਸਹਾਇਤਾ ਕਰਦਾ ਹੈ। ਜਨਮ ਅਨੇਕ ਪਾਪ ਕੋ ਖੋਏ। ਉਹਨਾਂ ਦੇ ਅਨੇਕ ਜਨਮਾਂ ਦੇ ਪਾਪ ਖੋਏ ਜਾਂਦੇ ਹਨ। ਸਕੇ ਪਛਾਨ ਆਤਮਾ ਜੋਏ। ਜਿਹੜੇ ਆਪਣੀ ਨਿਜ ਆਤਮਾ ਦੇ ਸਰੂਪ ਨੂੰ ਪਰਖ ਲੈਂਦੇ ਨੇ, ਜਾਣ ਲੈਂਦੇ ਨੇ, ਉਹੀ ਜਾਣਦੇ ਨੇ ਜਿਹੜੇ ਨਾਮ ਦੇ ਵਿੱਚ ਆਪਣੀ ਸੁਰਤ ਟਿਕਾਉਂਦੇ ਹਨ। ਜੇ ਭਜਨ ਨਹੀਂ ਕਰਦੇ, ਹੋਰ ਅਨੇਕ ਪ੍ਰਕਾਰ ਦੇ ਕਰਮਾਂ ਵਿੱਚ ਪ੍ਰਵਿਰਤ ਨੇ, ਤੇ ਬਿਨਾਂ ਭਜਨ ਤੋਂ ਪਰਮੇਸ਼ਰ ਨੇ ਛੁਟਕਾਰਾ ਨਹੀਂ ਦੇਣਾ। ਬਿਨ ਹਰ ਭਜਨ ਨਹੀਂ ਛੁਟਕਾਰਾ। ਵਾਹਿਗੁਰੂ ਪਰਮੇਸ਼ਰ ਦੇ ਭਜਨ ਤੋਂ ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਜੀਵ ਦੀ ਬੰਦ ਖਲਾਸੀ ਨਹੀਂ ਹੋਣੀ। ਗਰੀਬ ਨਵਾਜ ਸਾਹਿਬ ਜੀ ਨੇ ਜਿਹੜੀਆਂ ਉਸ ਵੇਲੇ ਮੇਲਿਆਂ ਦੇ ਵਿੱਚ ਕੁਰੀਤੀਆਂ ਫੈਲੀਆਂ ਹੋਈਆਂ ਸਨ, ਉਹਨਾਂ ਕੁਰੀਤੀਆਂ ਦਾ ਗੁਰਦੇਵ ਨੇ ਖੰਡਨ ਕਰਕੇ ਦੱਸਿਆ, ਭਾਈ ਇਹ ਕੁਰੀਤੀਆਂ ਵੱਧ ਫੈਲੀਆਂ ਮੇਲਿਆਂ ਦੇ ਨਾਂ ਦੇ ਉੱਤੇ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਸਮਾਜ ਦੇ ਵਿੱਚ, ਇਹਨਾਂ ਦਾ ਤਿਆਗ ਕਰਨਾ ਚਾਹੀਦਾ ਹੈ। ਜੈਸੇ ਮਹਾਂਪੁਰਸ਼ ਵੱਡੇ ਪ੍ਰਤਾਪੀ ਰਿਸ਼ੀ ਮੁਨੀ ਉਹਨਾਂ ਮੇਲਿਆਂ ਨੂੰ ਚਲਾ ਕੇ ਗਏ ਨੇ, ਜਿਸ ਦਿਸ਼ਾ 'ਚ ਚਲਾ ਕੇ ਗਏ ਨੇ ਉਹ ਸਹੀ ਦਿਸ਼ਾ ਵਿੱਚ ਉਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਹੈ, ਜਿਹਦੇ ਨਾਲ ਸਮਾਜ ਗੰਧਲਾ ਨਾ ਹੋਵੇ। ਜਿਹੜੀਆਂ ਮਾੜੀਆਂ ਰੀਤੀਆਂ ਉਹਨਾਂ ਮੇਲਿਆਂ ਦੇ ਨਾਂ 'ਤੇ ਕੀਤੀਆਂ ਜਾਂਦੀਆਂ ਹਨ, ਉਹ ਭਾਵੇਂ ਹਿੰਦੂਆਂ ਦੇ ਹੋਣ, ਭਾਵੇਂ ਮੁਸਲਮਾਨਾਂ, ਕਿਸੇ ਵੀ ਧਰਮ ਦੇ ਉਹ ਮੇਲੇ ਹੋਣ, ਜਦੋਂ ਮੇਲਿਆਂ ਦੇ ਨਾਂ 'ਤੇ ਬਦ ਨੀਤੀਆਂ, ਬਦ ਤਰੀਕੇ ਕੀਤੇ ਜਾਣ, ਸਮਾਜ ਨੂੰ ਗੰਧਲਾ ਕਰਨ ਵਾਲੇ, ਉਹਨਾਂ 'ਤੇ ਰੋਕ ਲੱਗਣੀ ਚਾਹੀਦੀ ਹੈ। ਉਹਨਾਂ ਦਾ ਤਿਆਗ ਹੋਣਾ ਚਾਹੀਦਾ ਹੈ। ਇਹ ਕਥਾ ਦੇ ਰਾਹੀਂ ਮਹਾਰਾਜ ਜੀ ਨੇ ਸੰਕੇਤ ਦਿੱਤਾ ਹੈ। ਬਿਰਲੇ ਲੋਕ ਨੇ ਜਿਹੜੇ ਮੇਲਿਆਂ ਤੋਂ, ਜੋੜ ਮੇਲਿਆਂ ਤੋਂ, ਧਰਮ ਸਥਾਨਾਂ ਤੋਂ ਜਾ ਕੇ ਕੁਝ ਖੱਟ ਕੇ ਲਿਆਉਂਦੇ ਹੈ, ਨਹੀਂ ਤਾਂ ਬਹੁਤੇ ਆਪਣੀ ਵਿਸ਼ਈ ਵਿਕਾਰੀ ਬਿਰਤੀ ਨੂੰ ਲਿਜਾ ਕੇ ਉੱਥੇ ਵੀ ਮੰਦ ਕਰਮ ਹੋਣ। ਕਿਸੇ ਧਰਮ ਸਥਾਨ ਦੇ ਉੱਤੇ ਜਾ ਕੇ ਕੋਈ ਪਾਪ ਚਿਤਵਦਾ ਹੈ, ਉਸ ਪਾਪ ਦਾ ਫਲ ਉਹਨੂੰ ਕਈ ਗੁਣਾ ਵੱਧ ਹੋ ਕੇ ਪ੍ਰਾਪਤ ਹੁੰਦਾ ਹੈ। ਸੋ ਗਰੀਬ ਨਵਾਜ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਹਮ ਸਰ ਦੀਨ ਦਇਆਲ ਨਾ ਤੁਮ ਸਰ। ਸਰ ਦੀਨ ਦਿਆਲ ਨ ਤੁਮ ਸਰ, ਹਮ ਸਰ ਦੀਨ ਦਿਆਲ ਨ ਤੁਮ ਸਰ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਹਮ ਸਰ ਦੀਨ ਦਇਆਲ ਨਾ ਤੁਮ ਸਰ। ਹਮ ਸਰ ਦੀਨ ਦਿਆਲ ਨ ਤੁਮ ਸਰ, ਹਮ ਸਰ ਦੀਨ ਦਿਆਲ ਨ ਤੁਮ ਸਰ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ।